क्यों सचियारा होइए, क्यों कूड़े टुटे पार, क्यों कूड़े टुटे पार। हुक्म रज़ाई चलना, हुक्म रज़ाई चलना, नानक लिखे आना, नानक लिखे आना। साध संगत जी, ਹੁਣ तक असी 19 पौड़ियां ਇਹਨੂੰ ਸਮਝਣ ਦਾ ਯਤਨ ਕੀਤਾ। 19 ਪੌੜੀਆਂ ਵਿੱਚ ਅਸੀਂ ਇਹ ਸਮਝਿਆ ਕਿ ਇੱਕ ਮਨ ਦੀ ਜਿਗਿਆਸਾ ਹੈ। ਉਹ ਚਾਹੁੰਦਾ ਮੈਂ ਕੁੜਿਆਰ ਤੋਂ ਸਚਿਆਰ ਬਣਾ। ਜਦੋਂ ਅਸੀਂ ਇਸ ਮੋਡ ਵਿੱਚ ਆ ਜਾਵਾਂਗੇ ਕਿ ਮੈਂ ਕੁੜਿਆਰ ਹਾਂ, ਤਾਂ ਸਾਨੂੰ ਗੱਲ ਥੋੜ੍ਹੀ ਜ਼ਿਆਦਾ ਸਮਝ ਆ ਸਕੇਗੀ। ਜੇ ਅਸੀਂ ਆਪਣੇ ਆਪ ਨੂੰ ਪਹਿਲਾਂ ਹੀ ਸਮਝ ਲਈ ਵੀ ਮੈਂ ਤਾਂ ਆਲਰੇਡੀ ਗੁਰਮੁਖ ਹਾਂ, ਮੈਂ ਤਾਂ ਆਲਰੇਡੀ ਗੁਰਸਿੱਖ ਹਾਂ, ਮੈਂ ਤਾਂ ਧਰਮੀ ਹਾਂ, ਤਾਂ ਫਿਰ ਇਹ ਭੁਲੇਖਾ ਜਿਹੜਾ ਸਾਡਾ ਹੈ ਇਹ ਲੱਥ ਨਹੀਂ ਸਕਦਾ। ਇਸ ਨੂੰ ਭਰਮ ਕਹਿੰਦੇ ਨੇ, ਇਸੇ ਨੂੰ ਅਗਿਆਨਤਾ ਕਹਿੰਦੇ ਨੇ, ਇਸੇ ਨੂੰ ਹਨੇਰਾ ਕਹਿੰਦੇ ਨੇ, ਇਸੇ ਨੂੰ ਹਉਮੈ ਕਹਿੰਦੇ ਨੇ। ਮੈਨੂੰ ਸਭ ਕੁਝ ਪਤਾ ਵੀ ਹੈ ਔਰ ਮੈਂ ਠੀਕ ਵੀ ਹਾਂ, ਮੈਂ ਔਗੜਿਆਰਾ ਹੈ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਬਾਣੀ ਰਾਹੀਂ ਤੂੰ ਇਹ ਮੰਨ ਕੇ ਚੱਲ ਔਗਣੀ ਭਰਿਆ ਸਰੀਰ ਹੈ, ਤੂੰ ਇਹ ਮੰਨ ਕੇ ਚੱਲ ਸਭ ਔਗੁਣ ਮੈਂ ਗੁਣ ਨਹੀਂ ਕੋਈ। ਪਰ ਸਿਰਫ ਇਤਨਾ ਮੰਨ ਕੇ ਬੈਠ ਨਾ ਜਾ। ਜਦੋਂ ਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤਾਂ ਅਸੀਂ ਬਾਰ-ਬਾਰ ਇਸ ਤਰ੍ਹਾਂ ਕਰਕੇ ਕੰਨ ਪਕੜਦੇ ਹਾਂ, ਨੱਕ ਰਗੜਦੇ ਹਾਂ ਔਰ ਆਪਣੇ ਆਪ ਨੂੰ ਇਸ ਪਾਸਿਓਂ ਪੁੱਟਅਪ ਕਰਦੇ ਹਾਂ ਕਿ ਮੈਂ ਅਵਗੁਣਿਆਰਾ ਹਾਂ। ਲੇਕਿਨ ਉਸ ਤੋਂ ਬਾਅਦ ਇਹ ਕਹਿ ਕੇ ਅਸੀਂ ਬਾਹਰ ਚਲੇ ਜਾਂਦੇ ਹਾਂ, ਇਹ ਸੋਚ ਕੇ ਕਿ ਮੈਂ ਕਹਿ ਤੇ ਆਇਆ, ਹੁਣ ਬਾਹਰ ਮੈਂ ਅਵਗੁਣ ਫਿਰ ਕਰ ਸਕਦਾ ਹਾਂ। ਇਹ ਭੁਲੇਖਾ ਤੀਰਥਾਂ 'ਤੇ ਜਾਣ ਵੇਲੇ ਹੁੰਦਾ। ਮੈਂ ਤੀਰਥ 'ਤੇ ਆ ਗਿਆ, ਮੈਂ ਨਹਾ ਲਿਆ, ਮੇਰੇ ਪਾਪ ਲੱਥ ਚੁੱਕੇ ਨੇ, ਵਾਪਸ ਜਾ ਕੇ ਮੈਂ ਸਰਟੀਫਿਕੇਟ ਰੀਨਿਊ ਕਰਾ ਲਿਆ, ਹੁਣ ਮੈਂ ਦੁਬਾਰਾ ਹੋਰ ਪਾਪ ਕਰ ਸਕਦਾ। ਤੀਰਥ ਦਾ ਇਹੋ ਕਨਸੈਪਟ ਸਭ ਤੋਂ ਜ਼ਿਆਦਾ ਕੰਟਰਾਡਿਕਟ ਹੈ ਕਿ ਆਪਣਾ ਅਵਗੁਣ ਕਰਕੇ ਮੁੜ ਕੇ ਬਾਰ-ਬਾਰ ਨਹਾ ਕੇ ਬਾਰ-ਬਾਰ ਮਾਫੀ ਮੰਗਵਾ ਲਓ। ਜਦੋਂ ਇਨਸਾਨ ਨੂੰ ਐਸੀਆਂ ਤਰੀਕੇ ਪਤਾ ਲੱਗ ਜਾਂਦੇ ਨੇ ਕਿ ਗਲਤੀ ਕਰਕੇ ਇਸ ਤਰ੍ਹਾਂ ਮਾਫ ਕਰਾਇਆ ਜਾਂਦਾ ਤੇ ਉਹ ਬਾਰ-ਬਾਰ ਕਰਦਾ। ਲੇਕਿਨ ਆਪਣਾ ਅਵਗੁਣ ਹਮੇਸ਼ਾ ਵਾਸਤੇ ਫਿਕਸਅਪ ਕਰ ਲੈਣਾ ਰੀਅਲ ਸਰੈਂਡਰ ਹੈ, ਰੀਅਲ ਸਮਰਪਣ ਹੈ। ਸੋ ਆਪਣੇ ਆਪ ਨੂੰ ਇਸ ਮੋਡ ਵਿੱਚ ਪਾਉਣਾ। ਪਹਿਲੀ ਪੌੜੀ ਵਿੱਚ ਕਹਿ ਰਹੇ ਨੇ ਕਿਮ ਸਚਿਆਰਾ ਹੋਈ ਹੈ, ਮੀਨਸ ਮੈਂ ਸਚਿਆਰਾ ਨਹੀਂ ਹਾਂ। ਕਿਮ ਕੂੜਾ ਟੁੱਟੇ ਪਾਲ, ਕੂੜ ਦੀ ਪਾਲ ਮੇਰੀ ਕਿਸ ਤਰ੍ਹਾਂ ਟੁੱਟੇ। ਕੂੜ ਮੇਰੇ ਔਰ ਰੱਬ ਜੀ ਦੇ ਵਿਚਕਾਰ ਹਰਡਲ ਹੈ, ਰੁਕਾਵਟ ਹੈ। ਦੁਨੀਆ ਦੇ ਹਰ ਮਨੁੱਖ ਦੀ ਸਾਈਕੀ ਦੇ ਬਾਰੇ ਗੁਰੂ ਪਾਤਸ਼ਾਹ, ਜਪਜੀ ਸਾਹਿਬ ਔਰ ਪੂਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਰਚ ਕੇ ਦਿੰਦੇ ਨੇ ਔਰ ਅਸੀਂ ਇਹ ਸਮਝ ਸਕਦੇ ਹਾਂ ਕਿ ਦੁਨੀਆ ਦਾ ਹਰ ਇਨਸਾਨ ਜੇਕਰ ਇਸ ਨੂੰ ਸਮਝਣ ਦਾ ਯਤਨ ਕਰੇ ਤਾਂ ਉਹਦਾ ਜੀਵਨ ਬਦਲਾਹਟ ਤੋਂ ਬਾਅਦ ਉੱਚੀ ਜੀਵਨੀ ਵੱਲ ਵੱਧ ਸਕਦਾ ਹੈ, ਵਿਚ ਇਜ਼ ਕਾਲਡ ਐਲੀਵੇਸ਼ਨ। ਧਾਰਮਿਕਤਾ ਦਾ ਜੀਵਨ ਜੀਣ ਵਾਸਤੇ ਪਹਿਲਾਂ ਮੈਨੂੰ ਮੰਨਣਾ ਪਏਗਾ ਕਿ ਧਾਰਮਿਕਤਾ ਦੇ ਰਾਹ 'ਤੇ ਟੁਰਨ ਵਾਸਤੇ ਮੇਰੇ ਕੋਲ ਅਵਗੁਣਾਂ ਦਾ ਕਿਹੜਾ ਬੈਗ ਭਾਰੀ ਜਿਹਾ ਮੈਂ ਨਾਲ ਲੈ ਕੇ ਚੱਲਦਾ। ਲੋਕ ਅਵਗੁਣਾ ਕੀ ਬੰਨਾ ਗੰਠੜੀ, ਉਹ ਮੈਂ ਨਾਲ ਲੈ ਕੇ ਚੱਲਦਾ। ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾਲ, ਮੇਰੀ ਕੂੜ ਦੀ ਪਾਲ ਕਿਵੇਂ ਟੁੱਟੇ। ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ। ਰਜ਼ਾ ਤੋਂ ਉਲਟ ਜੇ ਤੂੰ ਜੀਂਦਾ ਹੈ, ਇਹ ਕੂੜ ਕੀ ਪਾਲ ਸਟਾਰਟ ਹੋ ਗਈ। ਰਜ਼ਾ ਤੋਂ ਉਲਟ ਜੀਣਾ ਹੀ ਅਵਗੁਣੀ ਜੀਵਨ ਹੁੰਦਾ ਹੈ। ਰਜ਼ਾ ਤੋਂ ਉਲਟ ਜੀਣਾ ਹੀ ਓਵਰ ਕੌਨਫੀਡੈਂਸ ਕਹਿਲਾਂਦਾ ਹੈ। ਰਜ਼ਾ ਤੋਂ ਉਲਟ ਜੀ ਕੇ ਆਪਣੇ ਆਪ ਨੂੰ ਆਸਤਿਕ ਕਹਿੰਦੇ ਰਹਿਣਾ ਮਨ ਦਾ ਭੁਲੇਖਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਦ ਲਾਜ਼ ਆਫ ਨੇਚਰ ਇਜ਼ ਦ ਵਿਲ ਆਫ ਗੋਡ। ਜਿਹੜੇ
ਕੁਦਰਤ ਦੇ ਨਿਯਮ ਹਨ ਨਾ, ਬੇਅੰਤ ਹਨ। ਇਹਨਾਂ ਨਿਯਮਾਂ ਦੇ ਅਧੀਨ ਜੀਆ ਕਰ। ਇਸ ਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ, ਇਹ ਰੱਬ ਜੀ ਦਾ ਸੁਨਿਆ ਤੇਰੇ ਨਾਲ, ਤੇਰੇ ਅੰਦਰ ਅਵੇਲੇਬਲ ਹੈ, ਤੇਰੇ ਨਾਲ ਲਿਖਿਆ ਹੋਇਆ। ਲੋਕੀ ਸਮਝਦੇ ਹਨ ਜਦੋਂ ਮੈਂ ਪੈਦਾ ਹੋਇਆ ਸੀ ਮੇਰੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਮੇਰੇ ਮੱਥੇ ਤੇ ਮੇਰੇ ਭਾਗ ਲਿਖ ਦਿੱਤੇ ਗਏ ਨੇ। ਗੁਰਮਤਿ ਇਸ ਨੂੰ ਨਹੀਂ ਮੰਨਦੀ, ਕਿਉਂਕਿ ਜਿਹੜੇ ਪਿਛਲੇ ਜਨਮ ਦੇ ਮੱਥੇ ਤੇ ਲਿਖੇ ਭਾਗਾਂ ਦੀ ਥਿਊਰੀ ਹੈ, ਉਹਦੇ ਮੁਤਾਬਕ ਤੇ ਤੁਸੀਂ ਇੱਥੇ ਜੇ ਸੁੱਖ ਭੋਗ ਰਹੇ ਹੋ ਤੇ ਪਿਛਲੇ ਜਨਮਾਂ ਦੇ ਕਰਮ ਕਰਕੇ ਭੋਗ ਰਹੇ ਹੋ, ਜੇ ਦੁੱਖ ਭੋਗ ਰਹੇ ਹੋ ਤੇ ਪਿਛਲੇ ਜਨਮਾਂ ਕਰਮ ਕਰਕੇ ਭੋਗ ਰਹੇ ਹੋ। ਇਸੀ ਕਾਰਨ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਰੱਬ ਜੀ ਨੇ ਅਮੀਰ ਗਰੀਬ ਬਣਾਏ ਨੇ। ਅਮੀਰ ਪਿਛਲੇ ਜਨਮਾਂ ਦਾ ਕੁਝ ਬੀਜਿਆ ਪ੍ਰਾਪਤ ਕਰ ਰਹੇ ਨੇ, ਗਰੀਬ ਪਿਛਲੇ ਜਨਮ ਦਾ ਜੋ ਨਹੀਂ ਬੀਜਿਆ ਸੀ ਉਹਦਾ ਦੁੱਖ ਭੋਗ ਰਹੇ ਨੇ। ਫਿਰ ਤੇ ਬੰਦਾ ਮੁਹਤਾਜ ਹੈ, ਫਿਰ ਤੇ ਬੰਦਾ ਕੁਝ ਨਹੀਂ ਕਰ ਸਕਦਾ। ਗੁਰਮਤਿ ਸਿਖਾਉਂਦੀ ਹੈ ਸੱਚ ਦਾ ਜੀਵਨ ਜੀਣ ਵਾਸਤੇ ਸਤਿਗੁਰ ਦੀ ਮੱਤ ਲੈ ਕੇ ਆਪਣੇ ਮਸਤਕ ਤੋਂ ਮਸਤਕ ਭਾਗ ਮੰਦੇਰੇ ਮਿਟਾ, ਥਾਟ ਪ੍ਰੋਸੈਸ ਠੀਕ ਕਰ। ਥਾਟ ਪ੍ਰੋਸੈਸ ਗਲਤ ਹੋਣਾ ਹੀ ਮਸਤਕ ਭਾਗ ਮੰਦੇਰੇ ਹੈ। ਸਭ ਤੋਂ ਮੰਦੇ ਭਾਗ ਉਸ ਇਨਸਾਨ ਦੇ ਨੇ ਜਿਸ ਕੋਲ ਸੱਚ ਸੁਣਨ ਦਾ ਸਮਝਣ ਦਾ ਵਕਤ ਨਹੀਂ ਹੈ, ਇਗਨੋਰੈਂਸ। ਔਰ ਸਭ ਤੋਂ ਮੰਦੇ ਭਾਗ ਉਹਦੇ ਨੇ ਜਿਹੜਾ ਸੋਚ ਰਿਹਾ ਕਿ ਮੈਨੂੰ ਤੇ ਸਭ ਕੁਝ ਪਤਾ ਹੈ। ਤਾਂ ਕੀ ਹੋ ਜਾਂਦਾ ਹੈ, ਮਨ ਜਾਣੇ ਸਭ ਬਾਤ, ਮਨ ਜਾਣੇ ਸਭ ਬਾਤ, ਜਾਨਤ ਹੀ ਔਗੁਣ ਕਰੇ, ਜਾਨਤ ਹੀ ਔਗੁਣ ਕਰੇ, ਕਾਹੇ ਕੀ ਕੁਸ਼ਲਾ, ਕਾਹੇ ਕੀ ਕੁਸ਼ਲਾ, ਹਾਥ ਦੀ ਕੂਏ ਪਰੇ, ਹਾਥ ਦੀ ਕੂਏ ਪਰੇ, ਮਨ ਜਾਣੇ ਸਭ ਬਾਤ। ਜਦੋਂ ਮਨ ਇਹ ਮੰਨ ਲੈਂਦਾ ਮੈਨੂੰ ਸਭ ਕੁਝ ਪਤਾ ਹੈ, ਮਨ ਜਾਣੇ ਸਭ ਬਾਤ, ਤਾਂ ਇਸ ਨੂੰ ਓਵਰ ਕੌਨਫੀਡੈਂਸ ਦਾ ਭੁਲੇਖਾ ਪੈਂਦਾ। ਇਹੀ ਤੇ ਅਵਗੁਣ ਹੈ, ਇਹ ਸਭ ਤੋਂ ਵੱਡਾ ਪਾਪ ਹੈ। ਮੇਰੇ ਪਾँव के नीचे एक चींटी आके मर गई, ਇਹਨੂੰ ਪਾਪ ਨਹੀਂ ਕਹਿੰਦੇ ਨੇ। ਉਸ ਪਾਪ ਦੀ ਸੌਗਾਰਡ ਕਰਮਾ ਥਿਊਰੀ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਤੇਰਾ ਮਨ ਰਜ਼ਾ ਦੇ ਉਲਟ ਜੀਂਦਾ ਔਰ ਮੰਨਦਾ ਕਿ ਮੈਨੂੰ ਸਭ ਕੁਝ ਪਤਾ ਹੈ, ਮਨ ਜਾਣੇ ਸਭ ਬਾਤ, ਜਾਨਤ ਹੀ ਅਵਗੁਣ ਕਰੇ, ਇਹ ਅਵਗੁਣ ਕਰਦਾ ਹੈ ਮੇਰੇ को सब कुछ पता है। काहे की कुशलात, ਹੁਣ कैसे सुखी हो सकता है, कुशल कैसे हो सकता है, तू सुखी नहीं हो सकता। कूड़ा तू नाल इकट्ठा ਕੀਤਾ ਹੈ ਆਪਣੇ ਜੀਵਨ ਵਿੱਚ। हाथ दीप कूएं परे, तेरे कोल दीवा हत्थ च है। ਇਹੋ ਨਾਨਕ ਲਿਖਿਆ ਨਾਲ ਵਾਲਾ ਸੁਨਿਆ ਕੋਲ ਹੈ, ਪਰ ਫਿਰ ਵੀ ਖੂਚ ਡਿੱਗ ਰਿਹਾ। ਇਹਦਾ ਮਤਲਬ ਤੂੰ ਦੀਵੇ ਦਾ ਫਾਇਦਾ ਨਹੀਂ ਲੈ ਰਿਹਾ। ਸਭ ਮੈਂ ਜੋਤ, ਜੋਤ ਸੋਏ, ਤੀਜਾ ਚਾਨਣ ਸਭ ਮੈਂ ਚਾਨਣ ਹੋਏ। ਲੇਕਿਨ ਇਸ ਜੋਤ ਨੂੰ ਯੂਜ਼ ਕਰਨ ਦੀ ਅਕਲ ਤੇ ਸਤਿਗੁਰ ਜੀ ਦੇਣਗੇ ਨਾ। ਗੁਰ ਸਾਖੀ ਜੋਤ, ਸਤਿਗੁਰ ਦੀ ਸਿੱਖਿਆ ਦੇ ਨਾਲੇ ਵਾਲੀ ਜੋਤ। ਗੁਰ ਸਾਖੀ, ਸਾਖੀ ਡਜ਼ ਨਾਟ ਮੀਨ ਸਟੋਰੀਜ਼, ਕਈ ਸੌ ਸਾਲ ਪੁਰਾਣੀਆਂ ਕਹਾਣੀਆਂ ਦੀ ਗੱਲ ਨਹੀਂ ਚੱਲ ਰਹੀ। ਸਾਖੀ ਮੀਨਸ ਸਿੱਖਿਆ। ਗੁਰ ਸਾਖੀ ਜੋਤ ਪ੍ਰਗਟ ਹੋਏ। ਇਸ ਦੀਵੇ ਨੂੰ ਯੂਜ਼ ਕਰਨਾ ਆ ਜਾਏਗਾ, ਫਿਰ ਤੂੰ ਖੂਚ ਨਹੀਂ ਡਿੱਗੇਗਾ। ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏਂ ਭਰੇ, ਜਾਣ ਬੁੱਝ ਕੇ ਤੂੰ ਖੁੱਡ ਵਿੱਚ ਡਿੱਗਦਾ ਔਰ ਤੇਰੇ ਕੋਲ ਅੰਦਰ ਸੱਚ ਹੈ। ਉਹਨੂੰ ਹੁਕਮ ਰਜ਼ਾਈ ਚੱਲਣਾ ਕਹਿੰਦੇ ਨੇ, ਉਹਦੇ ਅਨੁਸਾਰ ਜੀਵਿਆ ਕਰ। ਉਸ ਹੀ ਮਨ ਨੂੰ ਲੈ ਕੇ ਅਸੀਂ ਚੱਲਦੇ ਪਏ ਹਾਂ ਕਿ ਇਸ ਮਨ ਨੇ ਕੁੜਿਆਰ ਤੋਂ ਸਚਿਆਰ ਹੋਣਾ। 38 ਦੀ 38 ਪੌੜੀਆਂ ਵਿੱਚ ਇਸ ਮਨ ਦੀ ਗੱਲ ਚੱਲ ਰਹੀ ਹੈ। ਜਦੋਂ ਇਸੇ ਮਨ ਦੀ ਕੂੜ ਉਤਾਰਨ ਦੇ ਸਾਰੇ ਜਿਤਨੇ ਮੈਕਸੀਮਮ ਗੁਰੂ ਪਾਤਸ਼ਾਹ 38 ਪੌੜੀਆਂ ਵਿੱਚ ਸੁਨੇ ਦਿੰਦੇ ਨੇ, ਇਸ ਦੀ ਕੂੜ ਉਤਰ ਜਾਂਦੀ ਹੈ ਤਾਂ ਇਹ ਸੱਚਖੰਡ ਵਸੇ ਨਿਰੰਕਾਰ ਦੇਖਣ ਯੋਗ ਹੋ ਜਾਂਦਾ। ਔਰ ਜਦੋਂ ਇਸਨੇ ਡਿਮਾਂਡ ਕੀਤੀ ਸੀ ਪਹਿਲੀ ਪੌੜੀ ਵਿੱਚ, ਸੌਰੀ ਖਿਮਾ ਕਰਨਾ, ਡਿਮਾਂਡ ਨਹੀਂ, ਬੇਨਤੀ, ਰਿਕੁਐਸਟ ਕੀਤੀ, ਮੈਂ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ।
ਇਹ ਵਾਲੀ ਬੇਨਤੀ, ਇਹ ਵਾਲੀ ਜਾਚਨਾ ਲੈ ਕੇ ਮੈਂ ਘਰੋਂ ਆਇਆ ਤੁਹਾਡੇ ਕੋਲ। ਮੇਰੀ ਇਹ ਮੰਗ ਹੈ ਹੰਬਲਨੈਸ ਨਾਲ। ਜਿਸ ਦੀ ਮੰਗ ਪੂਰੀ ਹੋ ਜਾਏ ਉਸ ਨੂੰ ਖੇੜਾ ਆ ਜਾਂਦਾ, ਖੁਸ਼ ਹੋ ਜਾਂਦਾ। ਉਹਨੂੰ ਆਖਰੀ ਪੌੜੀ ਵਿੱਚ ਕਹਿੰਦੇ ਨੇ, ਨਾਨਕ ਨਦਰੀ ਨਦਰ ਨਿਹਾਲ। ਮੈਂ ਨਿਹਾਲ ਹੋ ਗਿਆ, ਤੁਹਾਡੀ ਨਦਰ, ਤੁਹਾਡਾ ਸੋਚਣੀ ਦਾ ਢੰਗ, ਤੁਹਾਡਾ ਪੈਰਾਡਿਮ, ਤੁਹਾਡਾ ਵਿਜ਼ਨ, ਤੁਹਾਡੀ ਇਨਸਾਈਟ, ਤੁਹਾਡੀ ਫਾਰ ਸਾਈਟਿਡਨੈਸ, ਤੁਹਾਡੀ ਵਿਵੇਕ ਬੁੱਧੀ ਜਦੋਂ ਮੈਂ ਲਈ। ਨਾਨਕ ਨਦਰੀ ਨਦਰ ਨਿਹਾਲ। ਨਿਹਾਲ ਹੋ ਜਾਣਾ मीन्स जो मैंने मांगा था वो मिल गया। थैंक यू। ਉਸ ਮਨ ਦੀ ਯਾਤਰਾ ਹੈ 38 ਪੌੜੀਆਂ ਵਿੱਚ। ਤਾਂ ਇਸ ਮਨ ਨੂੰ ਕਿਹਾ ਸਤਿਗੁਰ ਦੀ ਗੱਲ ਸੁਣ ਲੈ, 4 ਪੌੜੀਆਂ ਵਿੱਚ ਸੁਣਿਆ ਦੀ ਅਵਸਥਾ ਸਮਝਾਈ। ਇਸੇ ਮਨ ਨੂੰ ਸਮਝਾਇਆ ਜੇ ਸੁਣ ਕੇ ਮੰਨ ਲਵੋ ਤਾਂ ਕੀ ਹੁੰਦਾ ਉਹ 4 ਪੌੜੀਆਂ। ਇਸ ਤੋਂ ਇਲਾਵਾ ਕੱਲ੍ਹ ਤੱਕ ਅਸੀਂ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ ਦੀਆਂ 4 ਪੌੜੀਆਂ 16, 17, 18, 19 ਨੰਬਰ ਪੌੜੀਆਂ ਅਸੀਂ ਕੱਲ੍ਹ ਤੱਕ ਵਿਚਾਰੀਆਂ, ਜਿਹਦੇ ਵਿੱਚ ਨੀਚ ਕਰਮਾਂ ਦੀ ਲਿਸਟ ਵਾਲੀ ਇੱਕ 18ਵੀਂ ਨੰਬਰ ਪੌੜੀ ਵੀ ਅਸੀਂ ਸਾਂਝ ਕੀਤੀ। ਜਦੋਂ ਨੀਚ ਕਰਮ ਦੀ ਪੌੜੀ ਤੋਂ ਅਸੀਂ ਅੱਗੇ ਟੁਰੇ ਤਾਂ ਪਤਾ ਲੱਗਾ ਨੀਚ ਕਰਮਾਂ ਤੋਂ ਜੋ ਛੁੱਟਦੇ ਆ, ਨੀਚ ਕਰਮ ਹੀ ਅਵਗੁਣ ਹਨ, ਨੀਚ ਕਰਮ ਹੀ ਕੂੜ ਹੈ, ਨੀਚ ਕਰਮ ਹੀ ਮੈਨੂੰ ਆਉਣੇ ਜਾਉਣੇ 'ਚ ਪਾਉਂਦੇ ਹਨ, ਨੀਚ ਕਰਮ ਹੀ ਮੇਰਾ ਜੰਮਣ ਮਰਨਾ ਹੈ। ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ, ਮੈਂ ਰੋਜ਼ ਜੰਮਦਾ ਮਰਦਾ ਹਾਂ। ਲੇਕਿਨ ਸਤਿਗੁਰ ਦੀ ਮੱਤ ਲੈ ਲਈਏ ਤਾਂ ਕੀ ਹੁੰਦਾ, ਨਾਨਕ ਬੱਧਾ ਘਰ ਤਾਂ ਹਾਂ, ਜਿੱਥੇ ਮਿਰਤ ਨਾ ਜਨਮ ਜ਼ਰਾ, ਨਾ ਮੁੜ ਕੇ ਜਨਮ, ਨਾ ਮੁੜ ਕੇ ਮੌਤ, ਤੇ ਨਾ ਬੁਢਾਪਾ। ਇਹ ਕਿਹੜਾ ਹੈ? ਇਸ ਸਰੀਰ ਦੇ ਮਰ ਜਾਣ ਤੋਂ ਬਾਅਦ ਵਾਲਾ ਜਨਮ ਨਹੀਂ, ਇਸ ਸਰੀਰ ਦਾ ਜਨਮ ਲੈਣ ਵਾਲਾ ਜਨਮ ਨਹੀਂ, ਇਸ ਸਰੀਰ ਦਾ ਬੁੱਢਾ ਹੋ ਜਾਣ ਵਾਲਾ ਜ਼ਰਾ ਨਹੀਂ। ਇਹ ਹੈ ਮੇਰੀ ਆਤਮਿਕ ਅਵਸਥਾ, ਜੋ ਮੈਂ ਪਲ ਪਲ ਜੰਮਦਾ ਮਰਦਾ ਹਾਂ, ਦੇਖਣ ਵਿੱਚ ਇਨਸਾਨ ਲੱਗਦਾ ਹਾਂ, ਬਟ ਆਈ ਐਮ ਨਾਟ ਇਨਸਾਨ, ਆਈ ਜਸਟ ਲੁੱਕ ਲਾਈਕ ਇਨਸਾਨ। ਉਹਨੂੰ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਆਈ ਲੁੱਕ ਲਾਈਕ ਹਿਊਮਨ ਬੀਇੰਗ ਬਟ ਆਈ ਐਮ ਨਾਟ ਹਿਊਮਨ ਬੀਇੰਗ। ਇਸ ਕਰਕੇ ਬਾਰ-ਬਾਰ ਅਸੀਂ ਸਾਂਝ ਕਰਦੇ ਹਾਂ, ਵੀ ਆਰ ਨਾਟ ਹਿਊਮਨ ਬੀਇੰਗਸ, ਵੀ ਆਰ ਟਰਾਈਂਗ ਟੂ ਬਿਕਮ ਹਿਊਮਨਸ। ਅਸੀਂ ਇਨਸਾਨ बनना सीख रहे हैं और फरिश्ते से बेहतर है इंसान बनना, लेकिन इसमें लगती है थोड़ी देर ज़्यादा। सानू शॉर्टकट फास्ट फूड पसंद है, ओवरनाइट मिलियनर बनना पसंद है, एकदम रातों रात अमीर बनना पसंद है। इस करके असी अपनी इंसानियत जज्बियां तो ਜਿਹੜੇ ਸਾਡੇ ਸੁਭਾਅ ਬਣਦੇ ਨੇ ਉਹਨਾਂ ਦੀ ਮਿਹਨਤ ਨਹੀਂ ਕਰਦੇ ਹਾਂ। ਉਹ ਆਪਣੇ ਅਵਗੁਣਾਂ ਨੂੰ ਸਾਈਡ 'ਤੇ ਰਹਿਣ ਦਿੰਦੇ ਆ ਔਰ ਸਾਨੂੰ ਸਿਖਾ ਦਿੱਤਾ ਜਾਂਦਾ ਤੁਸੀਂ ਆ ਕੇ ਗੁਰਦੁਆਰਿਓਂ ਕਾਰ ਮੰਗੋ, ਮੋਟਰਸਾਈਕਲ ਮੰਗੋ, ਰਿਸ਼ਤੇ ਮੰਗੋ, ਮਕਾਨ ਮੰਗੋ। ਜਿਸ ਦਾ ਧਿਆਨ ਇਹਨਾਂ ਦਾਤਾਂ ਵੱਲ ਪੈ ਜਾਂਦਾ ਹੈ, ਉਹ ਭਾਵੇਂ ਤੋਂ ਮਿਲਦੀਆਂ ਹਨ ਕਿ ਨਹੀਂ ਮਿਲਦੀਆਂ ਹਨ, ਉਸ ਦਾ ਧਿਆਨ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਵਾਲੇ ਪਾਸੇ ਨਹੀਂ ਪੈਂਦਾ ਹੈ। ਇਹਦਾ ਮਤਲਬ ਸਭ ਤੋਂ ਵੱਡੀ ਇਮੋਸ਼ਨਲ ਬਲੈਕमेल हुई कि तुम अपना मूल तो मत पहचानो, तुम्हें चाहिए क्या, कार चाहिए, मकान चाहिए, बोनस चाहिए, जॉब चाहिए, प्रमोशन चाहिए, ਧੀਆਂ ਪੁੱਤਰਾਂ का रिश्ता चाहिए, इसके लिए यहाँ पर आ जाओ। ये सब तो ਵੱਡਾ ਭਟਕਾਣ ਦਾ सुनया है। इसके लिए इतने पाठ करो, इतने दिन नंगे पैर जाओ, इतनी माला फेरो। ये बहुत ਭਟਕਾਣ ਦਾ ਰਸਤਾ है। ਐਨੀਵੇ ਸਾਡਾ ਅੱਜ ਦਾ ਟੌਪਿਕ ਹੈ ਕਿ ਇਸ ਮਨ ਨੂੰ ਇੱਥੇ ਤੱਕ ਸਮਝ ਆਈ ਕਿ ਮੇਰੇ ਕੁਝ ਨੀਚ ਕਰਮ ਹਨ। 18ਵੀਂ ਪੌੜੀ ਵਿੱਚ ਲਿਸਟ ਹੈ ਉਹਨਾਂ ਦੀ, ਨਾਨਕ ਨੀਚ ਕਹਿ ਵਿਚਾਰ, ਨੀਚ ਕਰਮਾਂ ਦੀ ਲਿਸਟ। ਅਤੇ ਨੀਚ ਕਰਮਾਂ ਤੋਂ ਛੁੱਟਣ ਵਾਸਤੇ ਇਸ ਨੂੰ ਸਤਿਗੁਰ ਦੀ ਮੱਤ ਤੋਂ ਬਾਰ-ਬਾਰ ਬਲਿਹਾਰਨੇ ਜਾਣਾ। ਵਾਰਿਆ ਨਾ ਜਾਵਾਂ ਇੱਕ ਵਾਰ ਦਾ ਮਤਲਬ ਹੈ ਮੈਂ ਬਾਰ-ਬਾਰ ਤੁਹਾਡੇ ਤੋਂ ਬਲਿਹਾਰਨੇ ਜਾਂਦਾ। ਐਜ਼ ਮੈਨੀ ਟਾਈਮਸ, ਇਨਫਿਨਿਟ ਟਾਈਮਸ, ਫੋਰ ਐਵਰ ਮੈਂ ਆਪਣੀ ਮੱਤ ਤੁਹਾਡੇ ਅੱਗੇ ਸਰੈਂਡਰ ਕਰਦਾ। ਮੇਰੇ ਮਨ ਨੂੰ ਕਹਿ ਰਹੇ ਨੇ ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਾਰੀ ਦੁਨੀਆ ਵਿੱਚ ਇਹ ਫਲਸਫਾ ਹੈ ਰੱਬ ਜੀ ਨਿਰੰਕਾਰ ਨੇ, ਰੱਬ ਜੀ ਸਲਾਮਤ ਨੇ, ਰੱਬ ਜੀ ਅਟਲ ਨੇ, ਰੱਬ ਜੀ ਮਰਦੇ ਨਹੀਂ ਹਨ, ਰੱਬ ਜੀ ਜੰਮਦੇ ਨਹੀਂ ਹਨ, ਇਟਰਨਲ ਹਨ, ਇਮੋਰਟਲ ਹਨ। ਠੀਕ ਹੈ,
ਲੇਕਿਨ ਗੁਰਮਤ ਦਾ ਫਲਸਫਾ ਇਸ ਤੋਂ ਅੱਗੇ ਟੁਰਦਾ ਹੈ। ਗੁਰਮਤ ਕਹਿੰਦੀ ਹੈ ਰੱਬ ਜੀ ਇਮੋਰਟਲ ਹਨ, ਅਕਾਲ ਮੂਰਤ ਹਨ, ਅਜੂਨੀ ਹਨ, ਸਵੈ ਭੰਗ ਹਨ। ਰੱਬ ਜੀ ਨੂੰ ਕਿਸੇ ਨੇ ਬਣਾਇਆ ਨਹੀਂ ਹੈ, ਕੋਈ ਰੱਬ ਜੀ ਨੂੰ ਖਤਮ ਨਹੀਂ ਕਰ ਸਕਦਾ, ਕਿਉਂਕਿ ਸਾਰੀ ਸ੍ਰਿਸ਼ਟੀ ਵਿੱਚ ਰੱਬ ਜੀ ਨੇ ਕੁਦਰਤ ਦੇ ਨਿਯਮਾਂ ਵਿੱਚ ਆਪਣੇ ਆਪ ਨੂੰ ਕਣ ਕਣ ਮੇ ਸਭ ਜਗ੍ਹਾ ਪਾ ਦਿੱਤਾ ਹੈ। ਜ਼ਰਰੇ ਜ਼ਰਰੇ ਵਿੱਚ ਜੈ ਤਿਰ ਦੇਖਾਂ ਤਾਂ ਤਿਰ ਮੌਜੂਦ ਪ੍ਰੈਜੈਂਟ ਕਰ ਦਿੱਤਾ ਹੈ। ਰੱਬ ਜੀ ਨਹੀਂ ਮੁੱਕ ਸਕਦੇ ਨੇ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਦੀਵੀ ਸਨ, ਸਦੀਵੀ ਹਨ, ਸਦੀਵੀ ਰਹਿਣਗੇ। ਲੇਕਿਨ ਇੱਥੋਂ ਗੁਰਮਤ ਦਾ ਇੱਕ ਹੋਰ ਸੁਣਿਆ ਨਿਕਲ ਕੇ ਆਉਂਦਾ ਹੈ ਕਿ ਰੱਬ ਜੀ ਜੇ ਸੱਚੇ ਹਨ, ਨਾਨਕ ਹੋਸੀ ਵੀ ਸੱਚ। ਓਏ ਮੇਰੇ ਮਨ, ਤੂੰ ਵੀ ਸੱਚਾ ਹੋ ਸਕਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੈਸੇ ਭਗਵਾਨ ਜੀ ਹੈ ਤੂੰ ਵੈਸਾ ਬਣ ਜਾਣਾ। ਜਦੋਂ ਅਸੀਂ ਰੱਬ ਵਰਗੇ ਬਣ ਜਾਂਦੇ ਆ ਨਾ, ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਨਾ ਵਿਸਰੈ ਨਾਮ से किनेहिया। वो कैसे होते हैं जिनको भगवान का नाम नहीं विसरता है। कहे भेद ना जानो मुँह साई जेहिया। उनमें और भगवान में कोई डिफरेंस नहीं होता है। उनके अंदर रब्बी गुणा दी क्वालिटीज़ होंदियां ने, गॉडली क्वालिटीज़। गॉडली क्वालिटीज़ ਨੂੰ ਕਹਿੰਦੇ ਨੇ ਵਰਚੂਸ। ਗॉडली क्वालिटीज़ ਨਾਲ ਜੀਣਾ ਕਹਿੰਦੇ ਨੇ ਸਪਿਰਿਚੁਅਲਿਟੀ, ਧਾਰਮਿਕਤਾ। ਗॉडली क्वालिटीज़ ਨੂੰ ਜੀਣ ਨੂੰ ਕਹਿੰਦੇ ਨੇ ਭਗਤੀ। ਜੇ ਗॉडली क्वालिटीज़ ਤੂੰ ਨਹੀਂ ਜੀ ਰਿਹਾ ਔਰ ਦੁਨੀਆ ਭਰ ਦੇ ਕੋਈ ਵੀ ਕਰਮ ਕਾਂਡ ਔਰ ਪਾਖੰਡ ਕਰ ਰਿਹਾ ਤਾਂ ਗੁਰੂ ਸਾਹਿਬ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬੀ ਗੁਣਾਂ ਨਾਲ ਜੀਣਾ, ਆਈਡੀਅਲਿਜ਼ਮ, ਇਨਸਾਨੀਅਤ ਭਰਪੂਰ ਜੀਵਨੀ। ਗੁਰਮਤ ਮਨੁੱਖ ਨੂੰ ਪਸ਼ੂਤਾ ਦੇ ਤਲ 'ਤੇ ਡਿੱਗ ਪਿਆ। ਇਹਨੂੰ ਕਹਿੰਦੇ ਨੇ ਆਪਣੇ ਸਪਿਰਿਚੁਅਲਿਟੀ ਦੇ ਲੈਵਲ ਤੋਂ ਇਨਸਾਨੀਅਤ ਦੇ ਤਲ ਤੋਂ ਥੱਲੇ ਡਿੱਗਦੇ ਜਾਣਾ ਔਰ ਪਸ਼ੂਤਾ ਦੇ ਤਲ ਤੱਕ ਡਿੱਗ ਪੈਣਾ। ਇਹਨੂੰ ਕਹਿੰਦੇ ਨੇ ਅਵਤਰਣ, ਥੱਲੇ ਡਿੱਗ ਪਏ। ਹੁਣ ਇਸ ਨੂੰ ਚੁੱਕ ਕੇ ਉੱਚਿਆਂ ਲਿਜਾਣਾ, ਐਲੀਵੇਸ਼ਨ ਕਰਨਾ। ਉੱਚੇ ਲਿਜਾਣਾ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਐਕਮੀ ਆਫ ਸਪਿਰਿਚੁਅਲ ਲੈਵਲ ਨੂੰ ਅਚੀਵ ਕਰਨਾ, ਉਸੀ ਹਾਈਟ ਨੂੰ ਪ੍ਰਾਪਤ ਕਰਨਾ। ਉੱਥੇ ਅਸੀਂ ਪੂਰੇ ਇਨਸਾਨ ਬਣਦੇ ਹਾਂ ਔਰ ਪਸ਼ੂ ਵਾਲੇ ਕਰਮ ਛੱਡਦੇ ਹਾਂ। ਉਹਨੂੰ ਕਹਿੰਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹੀ ਰਹੇ, ਸਤਿਗੁਰ ਪਾਈਐ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਮੈਨੂੰ ਮਨੁੱਖ ਬਣਾ ਦਿੰਦੇ ਨੇ। ਉਹਨੂੰ ਕਹਿੰਦੇ ਨੇ ਮੈਂ ਮਨ ਕਰਕੇ ਤਾਂ ਪਸ਼ੂ ਬਿਰਤੀਆਂ ਵਾਲਾ ਹਾਂ। ਜਦੋਂ ਮੈਂ ਮਨ ਕਰਕੇ ਪਸ਼ੂ ਬਿਰਤੀਆਂ ਵਾਲਾ ਹੋਵਾਂ ਉਹਨੂੰ ਮਾਨਸ ਕਹਿੰਦੇ ਨੇ। ਇਸ ਮਨੁੱਖ ਨੂੰ ਮਾਨਸ ਨਹੀਂ ਕਹਿੰਦੇ ਨੇ, ਉਸ ਨੂੰ ਮਾਨਸ ਕਹਿੰਦੇ ਨੇ ਜਿਹਨੂੰ ਮੈਂ ਮਨ ਕਰਕੇ ਪਸ਼ੂ ਬਿਰਤੀਆਂ ਵਾਲਾ ਹਾਂ। ਹੁਣ ਕਹਿੰਦੇ ਨੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਨੂੰ ਇਸ ਤਲ ਤੋਂ ਚੁੱਕ ਕੇ ਧਾਰਮਿਕਤਾ ਦੇ ਲੈਵਲ 'ਤੇ ਇਨਸਾਨੀਅਤ ਭਰਪੂਰ ਜੀਵਨੀ 'ਤੇ ਲੈ ਆਉਂਦੇ ਨੇ। ਉਹ ਮੇਰੀ ਕੂੜ ਉਤਾਰਨ ਵਾਸਤੇ ਕਹਿੰਦੇ ਨੇ ਰੱਬ ਜੀ ਸਲਾਮਤ ਹਨ ਨਾ। ਜੇ ਕੂੜ ਉਤਰ ਜਾਏ ਤਾਂ ਉਹਨਾਂ ਨਾਲ ਮਰਜ ਹੋ ਜਾਂਦਾ, ਰੱਬੀ ਗੁਣਾ ਵਾਲਾ ਜੀਣ ਲੱਗਦਾ ਤੇ ਤੂੰ ਵੀ ਸਲਾਮਤ ਹੋ ਸਕਦਾ ਹੈ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹਿ ਮਹਲ। ਤੂੰ ਵੀ ਨਿਰੰਕਾਰ ਦੇ ਦੇਸ਼ ਜਾ ਕੇ ਤੂੰ ਵੀ ਨਿਰੰਕਾਰ ਹੋ ਸਕਦਾ ਹੈ। That does not mean ਕਿ ਮੈਂ ਸਾਰੀ ਸ੍ਰਿਸ਼ਟੀ ਦੀ ਕ੍ਰੀਏਸ਼ਨ ਕਰਨੀ ਸ਼ੁਰੂ ਕਰ ਦਾਂਗਾ। That does not mean ਕਿ ਮੈਂ ਕਿਸੇ ਨੂੰ ਵਰ ਔਰ ਸਰਾਪ ਦੇਣੇ ਸ਼ੁਰੂ ਕਰ ਦਾਂਗਾ। That means only ਕਿ ਮੈਂ ਸਿਰਫ ਰੱਬੀ ਗੁਣਾਂ ਨਾਲ ਜੀਵਾਂਗਾ ਤਾਂ ਕਿ ਮੈਨੂੰ ਮੇਰੇ ਧਰਤੀ 'ਤੇ ਜਿਹੜੇ ਇਨਸਾਨ ਨੇ ਇਹਨਾਂ ਸਾਰਿਆਂ ਨਾਲ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਜੀਣਾ ਆ ਜਾਏ ਅਤੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਇਹਨਾਂ ਸਾਰਿਆਂ ਵਿੱਚ ਦੇਖਣਾ ਆ ਜਾਏ। ਜ਼ਾਤ ਪਾਤ ਦਾ ਵਿਤਕਰਾ ਨਾ ਰਵੇ। ਕਈ ਵਾਰੀ ਤੁਸੀਂ ਦੇਖਦੇ ਹੋ ਕਿ ਗੁਰਦੁਆਰੇ ਵਿੱਚ ਲੰਗਰ ਕਿਉਂ ਸ਼ੁਰੂ ਕੀਤਾ ਗਿਆ? ਗੁਰਦੁਆਰੇ ਵਿੱਚ ਲੰਗਰ ਇਸ ਕਰਕੇ ਸ਼ੁਰੂ ਕੀਤਾ ਗਿਆ ਤਾਂ ਕਿ ਜ਼ਾਤ ਪਾਤ, ਊਚ ਨੀਚ, ਛੂਤ ਛਾਤ ਦਾ ਕੋਈ ਵਿਤਕਰਾ ਨਾ ਰਵੇ। ਪਰ ਕਈ ਵਾਰੀ ਕੀ ਹੋ ਜਾਂਦਾ, ਕਿਸੇ ਦੀ ਅਗਿਆਨਤਾ ਵਸ ਇਹ ਡਿਸਕ੍ਰਿਮੀਨੇਸ਼ਨ ਹੋ ਜਾਂਦੀ ਹੈ ਕਿ ਅਸੀਂ ਜਿਨ੍ਹਾਂ ਨੂੰ ਸੋ ਕਾਰਡ ਤਥਾ ਕਥਿਤ ਨੀਚ ਜ਼ਾਤ ਕਹਿ ਦਿੰਦੇ ਹਾਂ, ਕਿਸੇ ਨੂੰ ਨੀਚ ਜ਼ਾਤ ਕਹਿਣਾ ਨਹੀਂ ਚਾਹੀਦਾ, ਕਿਸੇ ਨੂੰ ਚੋਰ ਕਹਿਣਾ ਨਹੀਂ ਚਾਹੀਦਾ, ਕਿਸੇ ਨੂੰ ਪਤਿਤ ਕਹਿਣਾ ਨਹੀਂ ਚਾਹੀਦਾ, ਕਿਸੇ ਨੂੰ ਨਾਸਤਕ ਕਹਿਣਾ ਨਹੀਂ ਚਾਹੀਦਾ, ਕਿਸੇ ਨੂੰ ਲੇਬਲ ਕਰਨਾ ਹੀ ਨਹੀਂ ਚਾਹੀਦਾ। ਸਾਡਾ ਅੱਜ ਦਾ ਇਹ ਟੌਪਿਕ ਹੈ। ਪੁੰਨੀ ਪਾਪੀ ਆਖਣ ਲੇਬਲ ਨਾ ਹੈ, ਨੋ ਨੀਡ। ਤਾਂ ਅਸੀਂ ਕਿਸ ਨੂੰ ਕਵਾਂਗੇ ਤੁਮ ਲੋग इधर बैठो और तुम लोग इधर बैठो, लंगर में ये लोग यहाँ कोने पे बैठेंगे और ये सारे इधर बैठेंगे। ये अमीर ज़ात पुना हो जाएगा, ਉੱਚੀ ਜ਼ਾਤ ਦਾ ਵਿਤਕਰਾ ਹੋ ਜਾਏਗਾ। ਸੋ ਸਾਨੂੰ ਇਕੁਐਲਿਟੀ ਸਿਖਾਈ ਹੈ। ਉਹ ਇਕੁਐਲਿਟੀ ਅਸੀਂ ਲੰਗਰ ਵਿੱਚ
ਪ੍ਰੈਕਟਿਸ ਕਰਦੇ ਹਾਂ। ਗੁਰਮਤਿ ਦਾ ਇਹ ਬੜਾ ਕੀਮਤੀ ਫਲਸਫਾ ਹੈ ਜਿਸ ਨੂੰ ਅਸੀਂ ਪ੍ਰੈਕਟਿਸ ਕਰਦੇ ਹਾਂ। ਅੱਜ ਸਲਾਮਤੀ ਸਿੱਖ ਕੇ ਰੱਬ ਜੀ ਸਲਾਮਤ ਹਨ, ਰੱਬ ਜੀ ਨਿਰੰਕਾਰ ਹਨ, ਉਹਦੇ ਵਾਸਤੇ ਉਹ ਵਾਲੀ ਮੱਤ ਲੈਣੀ ਪਏਗੀ ਜਿਹੜਾ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ। ਰੱਬ ਜੀ ਸਚਿਆਰ ਹਨ ਤਾਂ ਸਚਿਆਰੇ ਨਾਲ ਮਰ ਜਾਣਾ। ਉਹਨੂੰ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਉਹ ਇੱਕ ਮਿਕ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਤੂੰ ਕਰਤਾ ਤੂੰ ਹੁਆ ਮੁਝ में रहा न हूँ। जब आपा पर का मिट गया जब देखा था तू, अब मैं हूँ ही नहीं रब जी, अब आप ही हो। फिर असी क्लेम नहीं करांगे कि मैं धर्मी हाँ, फिर असी क्लेम नहीं करांगे मेरे बड़ी नम्रता है, फिर असी क्लेम नहीं करांगे कि मैं अपना काम कर लो मुकार काबू किया होया, फिर क्लेम नहीं करांगे मैं इन्ना धर्मी हाँ। क्लेम नहीं कर सकांगे क्योंकि क्लेम करन वाला मन मर जो गया। दैट मन इज़ गॉन, दैट मन इज़ वन विद रब जी। ਉਹ ਰੱਬ ਜੀ ਦੇ ਚਰਨਾਂ ਵਿੱਚ ਅਪੜ ਚੁੱਕਾ ਜੀਂਦੇ ਜੀ। ਅਸੀਂ ਜੀਂਦੇ ਜੀ ਰੱਬ ਜੀ ਦੇ ਚਰਨਾਂ 'ਚ ਅਪੜਨ ਵਾਲੀ ਫਿਲਾਸਫੀ ਨੂੰ ਸਮਝ ਹੀ ਨਹੀਂ ਰਹੇ। ਇਸੀ ਕਰਕੇ ਬੜੀ ਅਗਿਆਨਤਾ ਵਸ ਅਸੀਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹੇ ਹੋ ਕੇ ਜਿਹੜਾ ਬੰਦਾ ਸਰੀਰਕ ਤੌਰ 'ਤੇ ਮਰ ਜਾਂਦਾ ਹੈ ਉਹਦੇ ਵਾਸਤੇ ਅਰਦਾਸ ਕਰਦੇ ਹਾਂ ਇਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ। ਮਰਨ ਤੋਂ ਬਾਅਦ ਕਿਹੜੇ ਚਰਨ ਤੇ ਕਿੱਥੇ ਨਿਵਾਸ ਬਖਸ਼ਣਾ, ਇਹ ਗੁਰਮਤਿ ਦਾ ਫਲਸਫਾ ਹੈ ਹੀ ਨਹੀਂ। ਅਸੀਂ ਜੀਂਦੇ ਜੀ ਰੱਬ ਜੀ ਦੇ ਚਰਨਾਂ 'ਚ ਰਹਿੰਦੇ ਹਾਂ, ਮਾਈ ਚਰਨ ਗੁਰ ਮੀਠੇ ਰਹਿੰਦੇ ਹਾਂ। ਚਰਨ ਚਲੋ ਮਾਰਗ ਗੋਬਿੰਦ ਵਾਲੇ ਜੀਵਨ ਨੂੰ ਜੀਂਦੇ ਹਾਂ, ਜੀਂਦੇ ਜੀ। ਗੁਰਮਤਿ ਜੀਂਦੇ ਜੀ ਮੁਕਤੀ ਦਾ ਫਲਸਫਾ ਸਿਖਾਉਂਦੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਕਿਹਨੂੰ ਕਹਿ ਰਹੇ ਨੇ? ਮੇਰੇ ਮਨ ਨੂੰ ਸਮਝਾ ਰਹੇ ਨੇ ਜੇ ਤੈਨੂੰ ਰੱਬ ਜੀ ਦੀ ਕਾਰ ਪਸੰਦ ਹੈ ਨਾ ਤੇਰੇ ਵਾਸਤੇ ਭਲੀ ਹੈ, ਪਰ ਜੇ ਤੈਨੂੰ ਪਾਉਂਦੀ ਹੈ ਤਾਂ, ਜੇ ਤੈਨੂੰ ਨਹੀਂ ਪਾਉਂਦੀ ਨਾ ਤਾਂ ਤੂੰ ਤਾਂ ਮੰਨ ਜਾਣਾ ਸਭ ਬਾਤ ਵਾਲੇ ਅਵਗੁਣਾਂ ਵਿੱਚ ਫਸੇਗਾ। ਤੂੰ ਰਜ਼ਾ ਅਨੁਸਾਰ ਟੁਰ ਹੀ ਨਹੀਂ ਸਕਦਾ। ਅਸੀਂ ਇੱਕ ਸ਼ਬਦ ਪੜ੍ਹਿਆ ਸੀ, ਦਾਤੈ ਦਾਤ ਰੱਖੀ ਹੱਥ ਆਪਣੇ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ, ਜਿਸ ਪਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਨਾਨਕ ਨਾਮ ਰਤੇ ਸੁਖ ਪਾਇਆ। ਦਰਗਹਿ ਜਾ ਪੈਸੇ ਹਰ ਜੀਓ, ਕਿਰਪਾ ਕਰੋ ਤੁਮ ਪਿਆਰੇ। ਹਰ ਜੀਓ ਕਿਰਪਾ ਕਰੋ। ਸਤਿਗੁਰ ਦਾਤਾ ਮੇਲ ਮਿਲਾਓ, ਸਤਿਗੁਰ ਦਾਤਾ ਮੇਲ ਮਿਲਾਓ। ਹਰ ਨਾਮ ਦੇਹੋ ਆਧਾਰੇ, ਹਰ ਨਾਮ ਦੇਹੋ ਆਧਾਰੇ। ਦਾਤੈ ਦਾਤ ਰੱਖੀ ਹੱਥ ਆਪਣ, ਜਿਸ ਪਾਵੈ ਤਿਸ ਦੇਈ। ਇਸ ਪੰਕਤੀ ਦੇ ਅਰਥ ਅਸੀਂ ਸਮਝਦੇ ਸੀ, ਅੱਜ ਤੱਕ ਸਮਝਦੇ ਇੰਝ ਹੀ ਪਏ ਸਾਂ ਕਿ ਰੱਬ ਜੀ ਨੇ ਦਾਤ ਆਪਣੇ ਹੱਥ ਰੱਖੀ ਹੋਈ ਹੈ। ਉਹਨਾਂ ਨੂੰ ਜਿਹੜਾ ਜਿਹੜਾ ਚੰਗਾ ਲੱਗਦਾ ਹੈ, ਜਿਹੜਾ ਜਿਹੜਾ ਉਹਨਾਂ ਦੇ ਅਨੁਸਾਰ ਕਰਮ ਕਾਂਡ ਪੂਰੇ ਕਰਦਾ ਹੈ, ਜਿਹੜਾ ਜਿਹੜਾ ਉਹਨਾਂ ਦੇ ਅਨੁਸਾਰ ਰੱਬ ਜੀ ਦੀ ਉਸਤਤ ਦੇ ਗੁਣ ਗਾਉਂਦਾ ਹੈ, ਉਹਨਾਂ ਦੀ ਮਾਲਾ ਫੇਰਦਾ ਹੈ, ਉਹਨਾਂ ਦੇ ਕਿਸੇ ਧਾਰਮਿਕ ਸਥਾਨ 'ਤੇ ਨੰਗੇ ਪੈਰ ਜਾਂਦਾ ਹੈ, ਤੀਰਥ 'ਤੇ ਜਾਂਦਾ ਹੈ, 40 ਦਿਨ ਜਾਂਦਾ ਹੈ, ਕਰਮ ਕਾਂਡ ਪੂਰੇ ਕਰਦਾ, ਉਹਨੂੰ ਦੇ ਦਿੰਦੇ ਨੇ।
ਅਸੀਂ ਇਹ ਅਰਥ ਦੇ ਸਮਝਦੇ ਸਾਂ। ਅੱਜ ਇਸ ਪੰਕਤੀ ਨੂੰ ਗਾਇਨ ਮੈਂ ਬਾਰ-ਬਾਰ ਕੀਤਾ ਅਤੇ ਇਸ ਦੇ ਨਾਲ ਇਸ ਸ਼ਬਦ ਦਾ ਰਾਹੋ ਗਾਇਨ ਕੀਤਾ। ਰਾਹੋ ਹੈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਕੌਣ ਕਹਿ ਰਿਹਾ? ਇੱਕ ਮਨ ਬੇਨਤੀ ਕਰ ਰਿਹਾ। ਉਹ ਕੀ ਕਹਿ ਰਿਹਾ? ਸਤਿਗੁਰ ਦਾਤਾ ਮੇਲ ਮਿਲਾਵੋ। ਰੱਬ ਜੀ ਬਾਰੇ ਗੱਲ ਨਹੀਂ ਚੱਲ ਰਹੀ ਹੈ, ਇਹ ਗੱਲ ਰੱਬ ਜੀ ਨਹੀਂ ਕਹਿ ਰਹੇ ਨੇ। ਇੱਕ ਮਨ ਇਹ ਜਾਚਨਾ ਕਰ ਰਿਹਾ, ਮੈਂ ਸਤਿਗੁਰ ਮੰਗਦਾ ਹਾਂ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਰਹਾਉ ਹੈ ਸ਼ਬਦ ਦਾ। ਜਦੋਂ ਤੱਕ ਰਹਾਉ ਨਹੀਂ ਨਾ ਸਮਝਦੇ ਹਾਂ, ਮਿਸਅੰਡਰਸਟੂਡ ਰਹਿੰਦੇ ਹਾਂ ਜੀ। ਦਾਤੇ ਨੇ ਦਾਤ ਆਪਣੇ ਹੱਥ ਰੱਖੀ ਹੋਈ ਹੈ। ਜਿਹੜੇ ਸੋ ਕਾਰਡ ਵਿਆਹ ਨਹੀਂ ਕਰਾਉਂਦੇ ਉਹ ਬ੍ਰਹਮਚਾਰੀਆਂ ਨੂੰ, ਬ੍ਰਹਮ ਗਿਆਨੀਆਂ ਨੂੰ ਦਿੰਦਾ ਹੈ, ਜਾਂ ਜਿਹੜੇ ਰੱਬ ਜੀ ਦੇ ਕਰਮ ਕਾਂਡ ਪੂਰੇ ਕਰਦੇ ਨੇ। ਸਾਡਾ ਪੁਆਇੰਟ ਚੱਲ ਰਿਹਾ ਹੈ, ਦਾਤੈ ਦਾਤ ਰੱਖੀ ਹੱਥ ਆਪਣੇ। ਇਸ ਪੰਕਤੀ ਦੇ ਇਸ ਪਦੇ ਨੂੰ ਰਹਾਉ ਦੇ ਨਾਲ ਰਿਲੇਟ ਕਰਕੇ ਜੇ ਨਹੀਂ ਸਮਝਾਂਗੇ ਤਾਂ ਭੁਲੇਖਾ ਲੱਗੇਗਾ ਹੀ ਕਿ ਦਾਤੇ ਨੇ ਦਾਤ ਆਪਣੇ ਹੱਥ ਰੱਖੀ ਹੈ। ਜਿਸ ਭਾਵ ਹੈ ਜੋ ਰੱਬ ਜੀ ਨੂੰ ਪਸੰਦ ਆਉਂਦਾ ਹੈ ਉਹਨੂੰ ਦੇ ਦਿੰਦੇ ਨੇ। ਪਰ ਰਹਾਉ ਵਿੱਚ ਕਹਿ ਰਹੇ ਨੇ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਤਾਂ ਇਸ ਪੰਕਤੀ ਦੇ ਅਰਥ ਬਣਦੇ ਨੇ, ਦਾਤੈ ਦਾਤ ਰੱਖੀ ਹੱਥ ਆਪਣੇ। ਰੱਬ ਜੀ ਨੇ ਦਾਤ ਆਪਣੀ ਇਸ ਤਰ੍ਹਾਂ ਖੋਲ੍ਹ ਕੇ ਓਪਨ ਸਭ ਵਾਸਤੇ ਰੱਖੀ ਹੈ, ਜਿਹਨੂੰ ਕਰਮ ਕਹਿੰਦੇ ਨੇ, ਨਦਰ ਕਹਿੰਦੇ ਨੇ, ਬਖਸ਼ਿਸ਼ ਕਹਿੰਦੇ ਨੇ, ਗ੍ਰੇਸ ਕਹਿੰਦੇ ਨੇ, ਕਿਰਪਾ ਕਹਿੰਦੇ ਨੇ। ਇਹ ਸਾਰਿਆਂ ਵਾਸਤੇ ਸਤਿਗੁਰ ਦੀ ਮੱਤ, ਗੁਰ ਪ੍ਰਸਾਦ। ਸਾਡਾ ਭੁਲੇਖਾ, ਜਿਸ ਦਿਨ ਕਿਰਪਾ ਕਰਨਗੇ ਤਾਂ। ਕਿਤਨਾ ਭਾਰੀ ਭੁਲੇਖਾ, ਕਿਤਨਾ ਭਾਰੀ ਟਕੋਸਲਾ, ਕਿਤਨਾ ਭਾਰੀ ਐਸਕੇਪਿਜ਼ਮ। ਰੱਬ ਜੀ ਕਿਰਪਾ ਕਰਨਗੇ ਤਾਂ ਸ਼ਰਾਬ ਛੁਡਾ ਲੈਣਗੇ, ਰੱਬ ਜੀ ਕਿਰਪਾ ਕਰਨਗੇ ਤਾਂ ਅੰਮ੍ਰਿਤ ਛਕ ਲਵਾਂਗੇ, ਰੱਬ ਜੀ ਕਿਰਪਾ ਕਰਨਗੇ ਤਾਂ ਸਿੱਧੇ ਪਾਸੇ ਟੋਰ ਲੈਣਗੇ। ਇਹ ਬੜਾ ਭਾਰੀ ਐਸਕੇਪਿਜ਼ਮ ਹੈ, ਆਪਣੇ ਆਪ ਨੂੰ ਭੁਲੇਖੇ 'ਚ ਪਾਉਣ ਵਾਲਾ, ਭੁਲਾਵੜੇ ਭੁੱਲੀ ਦੇ ਰਸਤੇ ਪਾਉਣ ਵਾਲਾ। ਦਰਅਸਲ ਰੱਬ ਜੀ ਦੀ ਕਿਰਪਾ ਹੈ ਵਿਵੇਕ ਬੁੱਧੀ, ਗ੍ਰੇਸ। ਕਿਰਪਾ ਮੀਨਸ ਉਹ ਵਿਜ਼ਡਮ ਦਿੰਦੇ ਨੇ। ਵਿਜ਼ਡਮ ਦੀ ਦਾਤ ਉਹਨਾਂ ਨੇ ਹੱਥ 'ਚ ਰੱਖੀ ਹੋਈ ਹੈ। ਦਾਤੇ ਦਾਤ ਰੱਖੀ ਹੈ, ਹੱਥ ਆਪਣਾ। ਜਿਸ ਦੇ ਸੱਸੇ ਨੂੰ ਔਂਕੜ ਹੈ, ਜਿਸ ਅਤੇ ਤਿਸ ਦੇ ਸੱਸੇ ਨੂੰ ਔਂਕੜ ਹੈ। ਜਿਸ ਹੈ ਉਹ ਮਨ ਜਿਹੜਾ ਰਾਹੋਂ 'ਚ ਬੇਨਤੀ ਕਰ ਰਿਹਾ ਹੈ, ਜਿਸ ਨੂੰ ਭਾਵੈ। ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ, ਜਿਸ ਮਨ ਨੂੰ ਭਾਉਂਦੀ ਹੈ, ਜਿਹਨੂੰ ਇਹ ਦਾਤ ਪਸੰਦ ਹੈ, ਤਿਸ ਦੇਈ ਉਹਨੂੰ ਦੇ ਦਿੰਦੇ ਨੇ। ਪਰ ਜਿਹਨੂੰ ਪਸੰਦ ਨਹੀਂ ਹੈ ਉਹ ਗੁਰਦੁਆਰੇ ਦਾ ਪ੍ਰਬੰਧ ਕਰ ਸਕਦਾ ਆ ਕੇ। ਉਹ ਆ ਕੇ ਭਾਈ ਸਾਹਿਬ ਜੀ ਨੂੰ, ਸੇਵਾਦਾਰ ਜੀ ਨੂੰ, ਰਾਗੀ ਸਿੰਘ ਜੀ ਨੂੰ, ਗ੍ਰੰਥੀ ਜੀ ਨੂੰ ਰੋਬ ਝਾੜ ਸਕਦਾ ਹੈ ਅਫਸਰ ਬਣ ਕੇ। किसी ਨੂੰ ਵੀ ਕੁਛ ਵੀ ਕਹਿ ਸਕਦਾ, यहाँ की मैनेजमेंट के हम चौधरी हैं, ਲੇਕਿਨ ਉਹ ਕਹੇ ਮੈਂ ਸਤਿਗੁਰ ਦੀ ਦਾਤ ਨਹੀਂ ਲੈਂਦਾ, ਕਿਉਂਕਿ ਉਹਨੂੰ ਭਾਉਂਦੀ ਨਹੀਂ। ਉਹਨੂੰ ਤਾਂ ਭਾਉਂਦਾ ਕਿ ਮੈਂ ਇੱਥੇ ਚੌਧਰਪੁਣਾ ਕਰਨ ਆਇਆ। ਗੁਰਦੁਆਰੇ ਕੋਈ ਪ੍ਰਧਾਨ ਨਹੀਂ ਹੁੰਦਾ, ਸਤਿਗੁਰ ਦੀ ਮੱਤ ਦੀ ਪ੍ਰਧਾਨਤਾ ਲਈਦਾ, ਉਸ ਦੀ ਅਗਵਾਈ ਲਈਦਾ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਸ ਨੂੰ ਇਹ ਦਾਤ ਪਸੰਦ ਹੈ, ਜਿਸ ਨੂੰ ਪਸੰਦ ਹੈ ਉਹ ਆ ਕੇ ਇੱਥੇ ਮੱਥਾ ਟੇਕ ਕੇ ਕਹੇਗਾ, ਆਪਣੀ ਵਿਜ਼ਡਮ, ਆਪਣੀ ਸੁਮਤ ਮੈਨੂੰ ਬਖਸ਼ੋ, ਹਰ ਜੀਓ ਕਿਰਪਾ ਕਰੋ, ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਓ, ਮੈਨੂੰ ਸਤਿਗੁਰ ਮਿਲਾਓ। ਲੇਕਿਨ ਸਾਨੂੰ ਇੱਥੋਂ ਹੀ ਬੈਠ ਕੇ ਪ੍ਰਚਾਰ ਕਰਨ ਵਾਲੇ ਇਹ ਕਹਿ ਜਾਂਦੇ ਨੇ, ਤੁਸੀਂ ਫਲਾਣਾ ਸ਼ਬਦ ਪੜ੍ਹੋ ਪੁੱਤਰ ਹੋਏਗਾ, ਪਰਮੇਸ਼ਰ ਦਿੱਤਾ ਬੰਨਾ ਪੜ੍ਹੋ, ਤਾਤੀ ਆਉਣ ਲਾ ਗਈ ਪੜ੍ਹੋ, ਤੁਹਾਨੂੰ ਭੂਤ ਨਹੀਂ ਚਮੜਨਗੇ, ਫਲਾਣਾ ਸ਼ਬਦ ਪੜ੍ਹੋ, ਤੁਹਾਨੂੰ ਇਹ ਵਾਲਾ ਸ਼ਬਦ ਚਾਹੀਦਾ ਹੈ, ਤੁਹਾਨੂੰ ਵਿਆਹ ਕਰਾਉਣਾ ਹੈ, ਇਹ ਵਾਲੇ ਸ਼ਬਦ ਪੜ੍ਹੋ। ਇਹ ਤਾਂਤਰਿਕ ਗੇਮ ਚੱਲਦੀ ਹੈ ਨਾ। ਇਸੀ ਪਾਖੰਡ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੜ੍ਹਾਉਂਦੇ ਹਾਂ ਨਾ। ਜਦ ਕਿ ਸਾਨੂੰ ਇਹ ਜਾਚਨਾ ਕਰਨੀ ਚਾਹੀਦੀ, ਮੈਂ ਤੁਹਾਡੀ ਦਾਤ ਮੰਗਣ ਆਇਆ, ਸਤਿਗੁਰ ਦੀ ਮੱਤ ਮੰਗਣ ਆਇਆ। ਜੇ ਉਹ ਨਹੀਂ ਪਸੰਦ ਤਾਂ ਮੈਂ ਆ ਕੇ ਕਹਾਂਗਾ, ਘਰ ਬੜੀ ਪ੍ਰੋਬਲਮ ਹੈ, ਪਤੀ ਨਾਲ ਨਹੀਂ ਬਣਦੀ, ਪਤਨੀ ਨਾਲ ਨਹੀਂ ਬਣਦੇ, ਕੋਈ ਐਸਾ ਨੁਸਖਾ ਸਮਝਾਓ, ਕੋਈ ਪੁੱਤਰ ਕਰਾ ਦਿਓ, ਮੇਰਾ ਪੋਤਰਾ ਕਰਾ ਦਿਓ, ਧੀਆਂ ਬਹੁਤ ਹੋ ਗਈਆਂ, ਪੁੱਤਰ ਕਰਾ ਦਿਓ, ਬਿਜ਼ਨਸ ਚਲਵਾ ਦਿਓ। ਇਹੀ ਮੰਗਾਂਗੇ, ਦਾਤ ਤਾਂ ਮੰਗਣ ਆਏ ਹੀ ਨਹੀਂ। ਪਰ ਜੇ ਭੁਲੇਖਾ ਹੋਵੇ ਕਿ ਦੁਨਿਆਵੀ ਦਾਤਾਂ ਮਿਲਦੀਆਂ, ਤਾਂ ਦੁਨਿਆਵੀ ਦਾਤਾਂ ਜੇ ਮਿਲ ਵੀ ਗਈਆਂ ਨਾ, ਤਾਂ ਦਾਤ ਪਿਆਰੀ ਵਿਸਰਿਆ ਦਾ ਤਾਰਾ। ਰੱਬ ਜੀ ਨਹੀਂ ਫਿਰ ਯਾਦ ਆਉਣਗੇ, ਦਾਤ ਨਾਲ ਚਮੜ ਜਾਵਾਂਗੇ। ਸਤਿਗੁਰ ਦੀ ਮੱਤ, ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵ ਹੈ, ਜਿਸ ਨੂੰ ਪਸੰਦ ਆਉਂਦੀ ਹੈ। whosoever likes the wisdom one gets। ਪਰ ਜੋ ਜਾਚਨਾ ਹੀ ਨਹੀਂ ਕਰ ਰਿਹਾ, ਜਾਚਕ ਮੰਗੈ ਦਾਨ ਦੇ ਪਿਆਰਿਆ, ਜੋ ਜਾਚ ਨਹੀਂ ਕਰ ਰਿਹਾ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ, ਉਹਨੂੰ ਇਹ ਭੀਖ ਪੱਲੇ ਪੈਂਦੀ ਹੀ ਨਹੀਂ। ਉਹਨੇ ਮਨ ਕਰਕੇ ਪਿੱਠ ਕੀਤੀ ਹੋਈ ਹੈ। ਹੁਣ ਅੱਜ ਦੀ ਇਸ ਪੌੜੀ ਤੱਕ ਪਹੁੰਚਣ ਵਾਸਤੇ ਅਸੀਂ ਇਹ ਸਿੱਖਣਾ ਹੈ ਕਿ
ਜੋ ਤੁਧ ਭਾਵੈ ਸਾਈ ਭਲੀ ਕਾਰ ਦਾ ਮਤਲਬ ਹੈ ਰੱਬ ਜੀ ਦੀ ਕਾਰ ਕੀਮਤੀ ਹੈ, ਤੇਰੇ ਵਾਸਤੇ ਭਲੀ ਹੈ, ਪਰ ਮੇਰੇ ਮਨ ਜੇ ਤੈਨੂੰ ਪਾਉਂਦੀ ਹੈ ਤਾਂ ਇਹ ਤੇਰੇ ਵਾਸਤੇ ਭਲੀ ਕਾਰ ਹੋ ਸਕਦੀ ਹੈ। ਰੱਬ ਜੀ ਦੀ ਮਤ ਅਨੁਸਾਰ ਜੀਣਾ ਰਜ਼ਾ ਵਿੱਚ ਹੁੰਦਾ ਹੈ, ਔਰ ਰੱਬ ਜੀ ਨਿਰੰਕਾਰ ਨੇ, ਤੂੰ ਵੀ ਸਦਾ ਸਲਾਮਤ ਨਿਰੰਕਾਰ ਹੋ ਸਕਦਾ, ਕਿਉਂਕਿ ਨਾਨਕ ਹੋਸੀ ਵੀ ਸੱਚ ਸੱਚਾ ਹੋ ਸਕਦਾ ਹੈ। ਸੱਚੇ ਦੇ ਪਿੱਛੇ ਟੁਰ ਕੇ ਸੱਚੇ ਹੋ ਜਾਈਦਾ ਹੈ, ਸੱਚੇ ਹੋ ਸਕਦੇ ਹਾਂ। ਮੈਂ ਤੇ ਸਾਧ ਸੰਗਤ ਜੀ ਕਲੇਮ ਨਹੀਂ ਕਰ ਸਕਦਾ ਕਿ ਮੈਂ ਸੱਚਾ ਹੋ ਗਿਆ। ਅਸੀਂ ਬਾਣੀ ਵਿਚਾਰ ਰਹੇ ਹਾਂ ਕਿ ਬਾਣੀ ਸਭ ਨੂੰ ਸਿਖਾ ਰਹੀ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਅਸੀਂ ਬਾਣੀ 'ਚੋਂ ਸਿੱਖ ਰਹੇ ਹਾਂ। ਅੱਜ ਦੀ ਇਸ ਪੌੜੀ ਦਾ ਪਾਠ ਕਰਨ ਵਾਸਤੇ ਇਸ ਤੋਂ ਪਿਛਲੀਆਂ ਨੂੰ ਥੋੜ੍ਹਾ ਜਿਹਾ ਮੈਂ ਰੀਕੈਪ ਕੀਤਾ ਹੈ। ਆਓ ਅੱਜ ਦੀ ਇਸ ਪੌੜੀ ਦਾ 20 ਨੰਬਰ ਪੌੜੀ ਦਾ ਸਾਰੇ ਰਲ ਕੇ ਦੋ ਵਾਰੀ ਉਚਾਰਨ ਕਰਾਂਗੇ। ਸ਼ੁੱਧ ਉਚਾਰਨ ਕਰਨ ਵਾਸਤੇ ਪਾਠ ਕਰਦੇ ਹਾਂ। ਆਖੀਰ ਵਿੱਚ ਆਏਗਾ ਕਰ ਕਰਨਾ ਲਿਖ ਲੈ ਜਾਓ। ਅਸੀਂ ਉਸ ਨੂੰ ਹੌਲੇ ਜਿਹਾ ਹਾਹੇ ਦੀ ਔਂਕੜ ਨੂੰ ਆਓ ਬਣਾ ਕੇ ਉਚਾਰਨ ਕਰਾਂਗੇ। ਜਾਹੋ ਹੋੜਾ ਕਰਕੇ ਉਚਾਰਨ ਨਹੀਂ ਕਰਾਂਗੇ। ਆਪੇ ਬੀਜ ਆਪੇ ਹੀ ਖਾਹੋ ਉਚਾਰਨ ਨਹੀਂ ਕਰਾਂਗੇ। ਨਾਨਕ ਹੁਕਮੀ ਆਵੋ ਜਾਵੋ ਨਹੀਂ ਉਚਾਰਨ ਕਰਾਂਗੇ। ਇਹ ਹਾਹਾ ਦੀ ਔਂਕੜ ਹੁਕਮੀ ਭਵਿੱਖਤ ਵਾਸਤੇ ਹੁੰਦੀ ਹੈ। ਇਸ ਕਰਕੇ ਅਸੀਂ ਇਸ ਦਾ ਸ਼ੁੱਧ ਉਚਾਰਨ ਬੜਾ ਪੋਲਾ ਜਿਹਾ ਜਿਸ ਤਰ੍ਹਾਂ ਊੜਾ ਬਣਾ ਕੇ ਉਚਾਰਨ ਕਰਦੇ ਹਾਂ, ਇਸ ਤਰੀਕੇ ਨਾਲ ਕਰਾਂਗੇ। ਆਓ ਰਲ ਕੇ ਉਚਾਰਨ ਕਰਦੇ ਹਾਂ। ਭਰੀਐ ਹੱਥ ਪੈਰ ਤਨ ਦੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਹੋ ਧੋਏ, ਦੇ ਸਾਬੂਣ ਲਈਐ ਹੋ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ, ਓ ਧੋਪੈ ਨਾਵੇਂ ਕੈ ਰੰਗ, ਓ ਧੋਪੈ ਨਾਵੇਂ ਕੈ ਰੰਗ, ਪੁੰਨੀ ਪਾਪੀ ਆਖਣ ਨਾਏ, ਪੁੰਨੀ ਪਾਪੀ ਕਰ ਕਰ ਕਰਣਾ ਲਿਖ ਲੈ ਜਾਓ, ਕਰ ਕਰ ਆਪੇ ਬੀਜ ਆਪੇ ਹੀ ਖਾਓ, ਆਪੇ ਬੀਜ ਨਾਨਕ ਹੁਕਮੀ ਆਵੋ ਜਾਓ, ਨਾਨਕ ਹੁਕਮੀ ਆਵੋ ਜਾਓ। ਅੱਜ ਗੁਰੂ ਪਾਤਸ਼ਾਹ ਇੱਕ ਹੋਰ ਢੰਗ ਵਰਤ ਰਹੇ ਨੇ, ਥੋੜ੍ਹਾ ਹੋਰ ਬਚਪਨੇ ਦੀ ਬਿਰਤੀ ਨੂੰ ਬ੍ਰੌਟ ਅਪ ਕਰਨ ਵਾਸਤੇ। ਜਦੋਂ ਕੋਈ ਅਣਜਾਣ ਮਨੁੱਖ ਹੋਵੇ ਨਾ, ਉਸ 'ਤੇ ਤਰਸ ਖਾ ਕੇ ਅਸੀਂ 2-3 ਐਗਜ਼ਾਮਪਲ ਦਿੰਦੇ ਹਾਂ, ਉਸ ਨੂੰ ਬ੍ਰੌਟ ਅਪ ਕਰਨਾ ਹੁੰਦਾ ਹੈ। ਇਸ ਤਰੀਕੇ ਦੇ ਨਾਲ ਗੁਰਬਾਣੀ ਵਿੱਚ ਬੜੇ ਸਾਨੂੰ ਸ਼ਬਦ ਮਿਲਣਗੇ। ਜਦੋਂ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਉੱਥੇ ਆਉਂਦਾ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ ਵਿਡਦਾਤਾ ਜੇ ਅਗਨ ਮੈਂ ਆਰ ਪਹੁੰਚਾਵੇ, ਉਸਨੂੰ ਕਿ ਪੋ ਨਾ ਸਕੀ ਜਿਸਨੂੰ ਆਪਣੀ ਲਈ ਲਾਵੇ, ਆਪਣੀ ਲਈ ਵਾਪੇ ਲੈ ਗੁਰਮੁਖ ਸਦਾ ਸਮਾਲੀ, ਕਹਿਣਾ ਕਿ ਵਿਡਦਾਤਾ ਸੋ ਕਿਉ ਮਨੋ ਵਿਸਾਰੀਐ। ਹੁਣ ਇਹ ਪੌੜੀ ਜਿਹੜੀ ਹੈ ਨਾ, ਇਹ ਬ੍ਰੌਟ ਅਪ ਕਰਨ ਵਾਸਤੇ ਅਗਲੀ ਪੌੜੀ ਦੇ ਪੜਾਅ 'ਤੇ ਉੱਚੀਆਂ ਕਰਨ ਵਾਸਤੇ ਸਮਝਾਈ ਹੈ।
ਅਗਲੀ ਤੇ ਲਿਜਾਣ ਵਾਸਤੇ। ਇਹਦੇ ਦੱਸਿਆ ਮਾਤਾ ਕੁਦਨ ਨੂੰ ਪ੍ਰਤਪਾਲ ਕਰੇ ਸੋ ਕਿਉ ਮਨੋ ਉਸਾਰੀ ਹੈ। ਮਨੋ ਕਿਉਂ ਉਸਾਰੀ ਹੈ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਮਾਤਾ ਦੇ ਪੇਟ ਵਿੱਚ ਗਰਭ ਵਿੱਚ ਇੱਕ ਪ੍ਰੋਪਰ ਟੈਂਪਰੇਚਰ ਹੁੰਦਾ ਹੈ। ਮੈਡੀਕਲ ਸਾਇੰਸ ਵੀ ਇਸ ਨੂੰ ਮੰਨਦੀ ਹੈ ਜੇ ਉਹ ਟੈਂਪਰੇਚਰ ਗੜਬੜ ਹੋ ਜਾਏ ਬੱਚੇ ਦੀ ਡੈਥ ਹੋ ਸਕਦੀ ਹੈ, ਬੱਚਾ ਬਣਨ ਵਿੱਚ ਮੁਸ਼ਕਲ ਹੋ ਸਕਦੀ ਹੈ, ਮਾਂ ਦੀ ਜੀਵਨ ਨੂੰ ਵੀ ਖਤਰਾ ਹੋ ਜਾਂਦਾ ਹੈ। ਇਹ ਪ੍ਰੋਪਰ ਟੈਂਪਰੇਚਰ ਕੀਮਤੀ ਹੈ। ਸਾਨੂੰ ਡਰਾ ਕੇ ਰੱਬ ਜੀ ਦਾ ਨਾਂ ਲੈਣ ਵਾਸਤੇ ਕਿਹਾ ਜਾਂਦਾ, ਦੇਖ ਮਾਂ ਦੇ ਪੇਟ ਵਿੱਚ ਤੂੰ ਪੁੱਠਾ ਟੰਗਿਆ ਹੋਇਆ ਸੀ, ਉੱਥੇ ਤੂੰ ਡਰਦਾ ਸੀ ਅਤੇ ਉੱਥੇ ਰੱਬ ਦਾ ਨਾਂ ਲੈਂਦਾ ਰਹਿੰਦਾ ਸੀ, ਅਤੇ ਬਾਹਰ ਆ ਕੇ ਤੂੰ ਰੱਬ ਦਾ ਨਾਂ ਨਹੀਂ ਲੈਂਦਾ। ਸਾਧ ਸੰਗਤ ਜੀ, ਜਿਹਨੂੰ ਅਸੀਂ ਕਹਿ ਰਹੇ ਹਾਂ ਨਾ ਮਾਤਾ ਦੇ ਪੇਟ ਵਿੱਚ ਪੁੱਠਾ ਟੰਗਿਆ ਹੋਇਆ ਸੀ, ਇਹ ਅਸੀਂ ਡਰਾਵਾ ਪਾਉਂਦੇ ਰਹਿੰਦੇ ਹਾਂ। ਲੇਕਿਨ ਮੈਡੀਕਲ ਸਾਇੰਸ ਦੇ ਡਾਕਟਰਾਂ ਨੂੰ ਤੁਸੀਂ ਪੁੱਛੋ ਤਾਂ ਉਹ ਕਹਿੰਦੇ ਨੇ ਜਿਹੜਾ ਬੱਚਾ ਇਸ ਤਰੀਕੇ ਨਾਲ ਜਿਸ ਦਾ ਸਿਰ ਥੱਲੇ ਹੁੰਦਾ, ਪੈਰ ਉੱਪਰ ਹੁੰਦੇ ਨੇ, ਔਰ ਡਿਲੀਵਰੀ ਵੇਲੇ ਜਿਸ ਦਾ ਸਿਰ ਪਹਿਲਾਂ ਬਾਹਰ ਨਿਕਲਦਾ, ਉਹ ਪ੍ਰੋਪਰ ਡਿਲੀਵਰੀ ਹੁੰਦੀ ਹੈ। ਇਹ ਕੁਦਰਤ ਦੇ ਨਿਯਮ ਵਿੱਚ ਰਜ਼ਾ ਵਿੱਚ ਹੈ। ਇਹ ਜਾਣ ਕੇ ਪੁੱਠਾ ਨਹੀਂ ਟੰਗ ਦਿੱਤਾ ਕਿ ਤੂੰ ਡਰ ਕੇ ਰੱਬ ਦਾ ਨਾਂ ਲੈ, ਕੁਦਰਤ ਦਾ ਨਿਯਮ ਹੈ। ਇਸ ਤਰ੍ਹਾਂ ਮਾਂ ਦੇ ਪੇਟ ਵਿੱਚ ਇੱਕ ਪ੍ਰੋਪਰ ਸੇਕ ਹੈ, ਇੱਕ ਟੈਂਪਰੇਚਰ ਹੈ। ਮਾਤਾ ਕੇ ਉਦਨ ਪ੍ਰਤਪਾਲ ਕਰੇ ਸੋ ਕਿਉ ਮਨੋ ਉਸਾਰੀਆ। ਮਨੋ ਕੇ ਉਸਾਰੀਆ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਮਾਂ ਦੇ ਪੇਟ ਵਿੱਚ ਤੈਨੂੰ ਪ੍ਰੋਪਰ ਇੱਕ ਅਗਨ ਵਿੱਚ ਰੱਖਿਆ ਗਿਆ ਹੈ, ਇੱਕ ਟੈਂਪਰੇਚਰ ਹੈ। ਹੁਣ ਇਸ ਗੱਲ ਨੂੰ ਲਿਆਉਣ ਵਾਸਤੇ ਅਗਲੀ ਪੌੜੀ ਦੱਸਦੇ ਨੇ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਇਹ ਜਿਹੜੇ ਸਾਰਾ ਚਾਰੋਂ ਪਾਸੇ ਸਭ ਕੁਝ ਦੇਖ ਰਹੇ ਆ ਨਾ, ਜੇ ਇਸ ਨੂੰ ਵੇਖਣ ਦੀ ਮੇਰੇ ਮਨ ਕੋਲ ਅੱਖਾਂ ਨਹੀਂ ਹਨ ਨਾ, ਸਤਿਗੁਰ ਦੀਆਂ ਅੱਖਾਂ ਨਹੀਂ ਹਨ, ਤਾਂ ਇਹ ਮਾਇਆ ਬਣ ਜਾਂਦਾ ਹੈ। ਦਰਅਸਲ ਇਹ ਸਭ ਕੁਝ ਮਾਇਆ ਨਹੀਂ ਹੈ। आज तक ये पेश किया गया ये सारी दुनिया झूठ है, सब कुछ माया है, सब कुछ छोड़ दो, त्याग दो, रिनाउंसिंग कर दो, छोड़ के फक्कड़ हो जाओ, किसी चीज़ को हाथ मत लगाओ, सोने को हाथ मत लगाओ, नोटों को हाथ मत लगाओ, स्त्री को हाथ मत लगाओ, सब कुछ माया है, सब कुछ झूठ है। सानू आज तक क्या समझाया है? ये क्यों इस तरह समझाया है? हम छोड़ नहीं पाते हैं और जो ब्याह नहीं कराते हैं वो बोलते हैं हम ब्रह्मचारी हैं, हम तुम्हारे गुरु जी हैं, हम तुमको धर्म पढ़ाएंगे। पहला सानू लेम कराया, सानू लंगड़ा महसूस कराया, सानू गिल्ट फील कराया कि तुहानू मना किया किसी चीज़ नू टच ना करो, सब कुछ माया है, तुसी छड्डदे नहीं हो, तुसी गृहस्थी पापी हो, असी तो जंगल ही चले गए, असी तो वोटी नू हत्थ नहीं लाते, असी स्त्रियां नू हत्थ नहीं लाते, असी सोने पैसे नू हत्थ नहीं लाते। इस तरीके दे नाल सानू भुलेखा पाया गया, जद कि गुरमत कहती है आप सत किया सब सत। रब जी सच्चे हैं, उन्होंने सच्ची सृष्टि बनाई है। आप सत किया सब सत, तिस प्रभ ते सगली उत्पत्त। रब जी सच्चे ने तो उन्होंने सृष्टि भी सच्ची है। सिर्फ इस सृष्टि च वेखण वाली तेरी अख तेरे कोल ठीक नहीं है, वो अख तेरे मन दी खराब है, तेरी इनसाइट तेरा विजन ठीक नहीं है। इस करके तैनू जो सड़क ते कोई दामनी नज़र आती है, तैनू उहदे चों अपनी भैन, अपनी धी, अपनी माँ नज़र नहीं आती है। इनू माया कहते ने। द वे हाउ यू लुक एट। जदों असी किसी नू वेखीए और वेखण सार पर बेटी को बेटी जाना है, पर स्त्री को मात बखाना है, वेख पराइयां चंगियां मावां धीआं भैणां जाना है समझिए, तो माया नहीं है। एक कागज़ जिहड़ा कायनात चों बन के आया नेचर दे सिस्टम में, उस कागज़ उत्ते एक ठप्पा ला दिता है, ये माया किवें हो गई? उहदा नां नोट रख लिया। एक मैटल है, उन्होंने असी सोना कहते हैं, चांदी कहते हैं। दिस इज़ नॉट माया। माया है मेरे मन दी, और मेरे मन दी बनाई हुई जिहड़ी माया ना, इसनूं मन दा बनाया होया जगत कहते हैं। इनू कहते हैं जग, जग रचना सब झूठ। ये सृष्टि विच कुछ भी झूठ नहीं है, सब कुछ सच है। इस पक्षों जदों असी समझते हैं ना, तब पता लगता है मेरे मन नू ब्रॉटअप करने वास्ते गुरु पातशाह करने जैसी अगन उधर में तैसी बाहर माया। ये जो चारों तरफ तू देख रहा है ना, कुछ भी नेगेटिव तेरे को लग रहा है, नेगेटिव है नहीं। तेरे को ये लग रहा है ये मेरा देर है, अगर इसके बच्चे हो गए तो ये प्रॉपर्टी ले लेंगे, इसलिए इसके घर बच्चा नहीं होना चाहिए। अब क्या करो, इसकी पत्नी को बांझ करा दो, अब क्या करो, किसी तांत्रिक से मिलके इनके ऊपर टूणा करा दो, क्योंकि ये प्रॉपर्टी ले लेंगे। ये तेरे मन दी बनाई हुई माया। इस तरह ये पराया है, ये हिंदू है, ये मुसलमान है, ये सिख है, ये पतित है, ये पापी है, ये नास्तिक है, ये सारे ना तू लेबल करता रहता, लोगों को जज करता रहना। तैनू की अक्ल आ गई है? ये सब तो वड्डी हौमे है।
ਜਦੋਂ ਅਸੀਂ ਹਉਮੈ ਦਾ ਸੈਮੀਨਾਰ 2 ਦਿਨ ਕੀਤਾ ਸੀ ਤਾਂ ਮੈਂ ਸਾਰੇ ਘਰ ਵਾਲਿਆਂ ਨਾਲ, ਸਾਡੇ ਘਰ ਦੇ 23 ਮੈਂਬਰ ਨੇ ਨਿਊਯਾਰਕ, ਮੈਂ ਸਾਰਿਆਂ ਅੱਗੇ ਕਿਹਾ, ਸੈਮੀਨਾਰ ਦੀ ਜਿਸਟ ਇਹ ਸੀ, ਪਤਾ ਨਹੀਂ ਮੈਨੂੰ ਕਿਹੜੀ ਅਕਲ ਆ ਗਈ ਹੈ, ਮੈਂ ਲੋਕਾਂ ਦੇ ਅਵਗੁਣ ਦੇਖਣੇ ਸਿੱਖ ਗਿਆ। This is the height of home, height of ego, that I can judge others. ਗੁਰੂ ਪਾਤਸ਼ਾਹ ਜੀ ਇਹ ਇੰਟਲੈਕਟ ਮੇਰੇ ਕੋਲ ਲੈ ਲਵੋ ਤਾਂ ਕਿ ਮੈਂ ਲੋਕਾਂ ਦੇ ਅਵਗੁਣ ਨਾ ਦੇਖਿਆ ਕਰਾਂ। ਆਵਰਨ ਹਸਤ ਆਪ ਹੈ ਕਾਣੇ, ਮੈਂ ਕਾਣਾ ਹਾਂ, ਮੈਨੂੰ ਆਪਣੇ ਅਵਗੁਣ ਨਜ਼ਰ ਨਹੀਂ ਆਉਂਦੇ, ਲੋਕਾਂ ਦੇ ਨਜ਼ਰ ਆਉਂਦੇ ਨੇ। ਮੇਰੀ ਇੱਕ ਅੱਖ ਆਪਣੇ ਵਾਲੇ ਪਾਸੇ ਵਾਲੀ ਬੰਦ ਹੈ, ਇਹ ਅੱਖ ਮੈਂ ਲੋਕਾਂ ਵੱਲ ਖੋਲੀ ਹੋਈ ਹੈ। ਵਾਈ ਡੂ ਆਈ ਜੱਜ ਅਦਰਸ? ਆਈ ਡੋਂਟ ਹੈਵ ਟੂ ਡੂ ਨਿੰਦਾ ਆਫ ਐਨੀਬਡੀ, ਆਈ ਡੋਂਟ ਹੈਵ ਟੂ ਲੈਟ ਡਾਊਨ ਐਨੀਬਡੀ। ਇਹ ਖੇਡ ਸਮਝ ਆ ਜਾਏ ਨਾ, ਬਸ ਨਿੰਦਾ ਭਲੀ ਕਿਸੇ ਕੀ ਨਾਈ, ਚੈਨ ਆ ਗਿਆ। ਔਰ ਅਸੀਂ ਕਿਸੇ ਦੇ ਬਾਰੇ ਨਿੰਦਾ ਕਰਦੇ ਹਾਂ, ਖੌਰੇ ਉਹ ਮਨੁੱਖ ਵੈਸਾ ਨਾ ਵੀ ਹੋਵੇ। ਇਸ ਕਰਕੇ ਸਾਨੂੰ ਡਰ ਵੀ ਲੱਗਾ ਰਹਿੰਦਾ ਕਿ ਪਾਜ ਖੁੱਲ੍ਹ ਨਾ ਜਾਏ ਕਿ ਮੈਂ ਕਿਹਾ ਹੈ, ਦੇਖੋ ਮੈਂ ਫਲਾਣੇ ਬਾਰੇ ਬੁਰਾ ਕਹਿ ਰਿਹਾ, ਕਹਿ ਨਾ ਦੇਣਾ, ਕਿ ਦੱਸਣਾ ਨਾ, ਮੇਰਾ ਨਾ ਕਹਿਣਾ, ਇੰਝ ਹੀ ਕਰਦੇ ਆ ਨਾ। ਔਰ ਇਸ ਦਾ ਸੀਨੇ ਬਸੀਨੇ ਸਾਰੀ ਦੁਨੀਆ 'ਚ ਗੱਲ ਫੈਲਾ ਦਿੰਦੇ ਆ, ਕਿਉਂਕਿ ਅਸੀਂ ਕਿਸੇ ਨੂੰ ਨੀਵਾਂ ਪਾਉਣਾ ਹੁੰਦਾ ਹੈ। ਡੋਂਟ ਜੱਜ ਅਦਰਸ, ਸੁਖੀ ਹੋ ਜਾਏਗਾ। ਸਾਕਤ ਹਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਹਉਮੈ ਦਾ ਕੰਡਾ ਚੁਭਦਾ ਰਹਿੰਦਾ, ਜਿਉਂ ਚੱਲੈ ਚੁਭੈ ਦੁੱਖ ਪਾਵੈ। ਜਮਕਾਲ ਸਹਿ ਸਿਰ ਡੰਡਾ ਹੈ, ਕੰਡਾ ਬੜਾ ਤੰਗ ਕਰਦਾ ਹੈ। ਸੋ ਹਉਮੈ ਦਾ ਜਿਸ 'ਚ ਮੈਂ ਸਾਂਝ ਕੀਤੀ ਘਰ ਵਾਲਿਆਂ ਨਾਲ, ਪਤਾ ਨਹੀਂ ਕਿਹੜੀ ਅਕਲ ਆ ਗਈ ਹੈ, ਲੋਕਾਂ ਦੇ ਅਵਗੁਣ ਦੇਖਣੇ ਆ ਗਏ ਨੇ। ਕਾਸ਼ ਇਸ ਇੰਟਲੈਕਟ ਤੋਂ ਛੁੱਟ ਜਾਈਏ, ਮੈਨੂੰ ਦੂਜਿਆਂ ਦੇ ਅਵਗੁਣ ਦੇਖਣੇ ਨਾ ਆਉਣ, ਮੈਨੂੰ ਲੋਕਾਂ 'ਚੋਂ ਗੁਣ ਦੇਖਣੇ ਆਉਣ। then I can appreciate others, then I can pat others। ਪਰ ਸਾਨੂੰ ਤੇ ਸਾਡੇ ਘਰ ਸਾਡੀ ਪਤਨੀ ਰੋਜ਼ ਰੋਟੀ ਬਣਾਉਂਦੀ ਹੈ, ਸਾਡੀ ਨੌਕਰਾਣੀ ਵੀ ਰੋਜ਼ ਰੋਟੀ ਬਣਾਉਂਦੀ ਹੈ, ਉਹਨਾਂ ਦੇ ਗੁਣ ਨਜ਼ਰ ਨਹੀਂ ਆਉਂਦੇ। ਇੱਕ ਦਿਨ ਫੁਲਕਾ ਸੜ ਜਾਏ, ਇੱਕ ਦਿਨ ਸਬਜ਼ੀ ਠੀਕ ਨਾ ਬਣੇ, ਇਹ ਅਵਗੁਣ ਨਜ਼ਰ ਆਉਂਦਾ ਹੈ। ਐਂਡ ਵੀ ਆਲਵੇਜ਼ ਸੇ ਤੇਰੇ ਮਾਂ ਪਿਓ ਨੇ ਤੈਨੂੰ ਕੀ ਸਿਖਾਇਆ ਹੈ? ਸਾਨੂੰ ਕਦੀ ਵੀ ਇਹ ਗੱਲ ਸਮਝ ਨਹੀਂ ਆਉਂਦੀ। We always misjudge others. We don't have this intellect how to judge correct. ਕਰੈਕਟ ਤੇ ਜੱਜ ਕਰਨਾ ਨਹੀਂ ਆਉਂਦਾ, ਮਿਸ ਜੱਜ ਜ਼ਰੂਰ ਕਰਦੇ ਹਾਂ, ਅੰਡਰ ਐਸਟੀਮੇਟ ਜ਼ਰੂਰ ਕਰਦੇ ਹਾਂ। ਇਸ ਤੋਂ ਛੁੱਟ ਸਕਦੇ ਹਾਂ। ਸੋ ਬਾਹਰ ਮਾਇਆ ਕੁਛ ਵੀ ਨਹੀਂ ਹੈ। ਜੈਸੀ ਅਗਨ ਉਧਰ ਮੈਂ ਅੰਦਰ ਤੈਨੂੰ ਪਕਾਉਣ ਵਾਸਤੇ, ਜਿਸ ਤਰ੍ਹਾਂ ਰੱਬ ਜੀ ਨੇ ਇੱਕ ਟੈਂਪਰੇਚਰ ਫਿਕਸ ਅਪ ਕੀਤਾ ਸੀ, ਇਸ ਦਾ ਚਾਰੋਂ ਪਾਸੇ ਤੈਨੂੰ ਕੁਛ ਨੈਗੇਟਿਵ ਲੱਗਦਾ ਹੈ, ਲੇਕਿਨ ਇਹ ਨੈਗੇਟਿਵ ਹੈ ਨਹੀਂ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਤੇਰੇ ਮਨ ਨੇ ਇੱਕ ਨਾ ਖੇਡ ਰਚੀ ਹੋਈ ਹੈ, ਰੱਬ ਜੀ ਨੇ ਖੇਡ ਨਹੀਂ ਰਚੀ ਹੋਈ। ਰੱਬ ਜੀ ਕੋਈ ਤਮਾਸ਼ਬੀਨ ਨਹੀਂ ਹਨ। ਰੱਬ ਜੀ ਤਮਾਸ਼ਾ ਨਹੀਂ ਕਰਦੇ ਨੇ, ਤਮਾਸ਼ਾ ਮੇਰਾ ਮਨ ਕਰਦਾ ਹੈ। ਮੇਰੇ ਮਨ ਦੇ ਚੋਜ ਤਮਾਸ਼ੇ ਸਾਰੇ ਨਾ ਅਸੀਂ ਸਾਰੇ ਨੋਟ ਕਰਦੇ ਰਹਿੰਦੇ ਹਾਂ। ਕਰਨਾ ਚਾਹੀਦਾ ਹੈ ਕਿ ਮਨ ਸਾਡੇ ਤਮਾਸ਼ੇ ਖੇਡਦਾ ਕਿਸ ਤਰ੍ਹਾਂ ਹੈ। ਰੱਬ ਜੀ ਤਮਾਸ਼ਬੀਨ ਨੇ, ਰੱਬ ਜੀ ਮੈਜੀਸ਼ੀਅਨ ਨਹੀਂ ਨੇ, ਰੱਬ ਜੀ ਜਾਦੂਗਰ ਨਹੀਂ ਨੇ, ਰੱਬ ਜੀ ਧੋਖਾਧੜੀ ਨਹੀਂ ਕਰਦੇ ਨੇ। ਰੱਬ ਜੀ ਨੂੰ ਕੋਈ ਸ਼ੌਕ ਨਹੀਂ ਹੈ ਇੱਕ ਨੂੰ ਜਿਵਾਲ ਦਿਓ, ਇੱਕ ਨੂੰ ਮਾਰ ਦਿਓ, ਇੱਕ ਗਰੁੱਪ ਨੂੰ ਦੂਜੇ ਗਰੁੱਪ ਨਾਲ ਲੜਾ ਦਿਓ, ਮੈਜੋਰਿਟੀ ਨੂੰ ਮਾਈਨੋਰਿਟੀ ਨਾਲ ਲੜਾ ਦਿਓ। ਇਹਨਾਂ ਗੱਲਾਂ ਦਾ ਰੱਬ ਜੀ ਨੂੰ ਕੋਈ ਸ਼ੌਕ ਨਹੀਂ ਹੈ। ਜੇ ਕੋਈ ਕਮਾਂਡ ਕਰਦਾ ਤਾਂ ਰੱਬ ਜੀ ਉਹਨੂੰ ਕੁਛ ਨਹੀਂ ਕਹਿੰਦੇ ਨੇ, ਉਹ ਆਪਣੇ ਕਮਾਂਡ ਦੀ ਅਗਨੀ 'ਚ ਆਪ ਜਲਦਾ ਰਹਿੰਦਾ ਹੈ। ਆਪਣੇ ਅਹੰਕਾਰ ਜਗਤ ਜਲਿਆ, ਰੱਬ ਜੀ ਕੁਛ ਨਹੀਂ ਕਹਿੰਦੇ ਨੇ। ਸੁਖੀ ਬਸੈ ਮਸਕੀਨੀਆਂ, ਜੋ ਹੰਬਲ ਰਹਿੰਦਾ है। आप निवार तले बड़े बड़े अहंकारिया नानक गर्भ गले, अपने अहंकार में गलते रहते हैं, सड़ते रहते हैं। रब जी थोड़ा ना कुछ कहते हैं किसी को, रब जी का तो कुछ वड्डा ना होवे घाट ना जाए, कुछ नहीं होता। इस तरह ही समझाया, जैसी अगन में तैसी बाहर माया, मायागन सब इको जी करते खेल रचाया। ये ब्रॉटअप करने वास्ते पिछली पूरी पौड़ी तो अगली पौड़ी तक अगन के बारे समझाया कि कुछ भी गलत नहीं है बाहर, ਇਹ ਸਾਰੀ ਸ੍ਰਿਸ਼ਟੀ 'ਚ ਕੁਛ ਵੀ ਰੋਂਗ ਨਹੀਂ ਹੈ। ਤੈਨੂੰ ਦੇਖਣ ਦੀ ਅੱਖ ਨਹੀਂ ਹੈ ਕਿ ਵਾਟ ਇਜ਼ ਰਾਈਟ। ਤੂੰ ਲੋਕਾਂ ਵਿੱਚ ਅਵਗੁਣ ਦੇਖਦਾ ਹੈ, ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਕਿਸੇ ਨੂੰ ਅਮੀਰ, ਕਿਸੇ ਨੂੰ ਗਰੀਬ, ਕਿਸੇ ਨੂੰ ਤੇਰਾ, ਕਿਸੇ ਨੂੰ ਮੇਰਾ, ਕਿਸੇ ਨੂੰ ਉੱਚੀ ਜ਼ਾਤ ਵਾਲਾ, ਕਿਸੇ ਨੂੰ ਨੀਵੀਂ ਜ਼ਾਤ ਵਾਲਾ। ਪਰ ਜੇ ਇਹ ਅੱਖਾਂ ਫਿਕਸ ਅਪ ਕਰ ਲੈਣਾ ਤਾਂ ਦੋਈ ਦੋਈ ਲੋਚਨ ਪੇਖਾ ਹੋ, ਹਰ ਵੀ ਨਵਰ ਨਾ ਦੇਖਾ। ਸਭ ਹਰ ਕਿਸੇ 'ਚ ਰੱਬ ਜੀ ਨਜ਼ਰ ਆਉਂਦੇ ਨੇ। ਪਰ ਤੂੰ ਬੁਰਾ ਭਲਾ ਕਹਿੰਦਾ ਰਹਿੰਦਾ, ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੁਹਮਾਏ। जब तक तू ये डुअलिटी में रहेगा ना, बुरा भला, चंगा मंदा, जीत हार, ऊंच नीच, अमीर गरीब, तेर मेर, तां तक तू इस गेम में फसिया रहेगा। बस ये डुअलिटी छड़ दे, कुदरत के सब बंदे नज़र आएंगे,
फरीदा खालक खलक में नजर आनी शुरू हो जाएगी। फरीदा खालक खलक में खलक वसै रमाए, मंदा किसनों आखिए जहाँ तिस बिन कोई ना आए। जपजी ਨੂੰ ਪੜਨ ਤੋਂ ਬਾਅਦ ਇਹ ਪਤਾ ਲੱਗਦਾ ਜਾ ਰਿਹਾ ਮਨੁੱਖ ਨੇ ਕੂੜ ਕਿੱਥੋਂ ਇਕੱਠੀ ਕੀਤੀ ਹੈ। ਜੇ ਕੂੜ ਹਟਾ ਦਿੱਤੀ ਜਾए तो हर मनुष्य ठीक हो सकता है। इसका मतलब जिस इंसान को हम देख रहे हैं ये इंसान गलत है, ये झूठ बोलता है, ये पाखंड करता है, ये धोखेबाज है, ये कपटी है, उसका थॉट प्रोसेस गलत किधरे होया, वो थिड़क गया है, वो स्लिप हो गया किधरों। अब तू ही इसे समझा, राह भूले थे कहाँ से हम, ਉਹਨੂੰ ਰਾਹ ਸਮਝਾ ਦਿੱਤਾ ਜਾਂਦਾ ਹੈ ਕਿੱਥੋਂ ਤੂੰ ਯੂ ਟਰਨ ਲੈ ਔਰ ਉਸ ਮੋੜ ਤੋਂ ਸਿੱਧੇ ਰਾਹ ਪੈ ਜਾ ਬਸ। ਇਹਦਾ ਮਤਲਬ ਕਿਸੇ ਮਨੁੱਖ ਨਾਲ ਜੋ ਸਾਨੂੰ ਗਲਤ ਲੱਗਦਾ ਹੈ, ਗਲਤ ਐਕਸ਼ਨ ਕਰ ਰਿਹਾ, ਉਹਦਾ ਸੁਭਾਅ ਗਲਤ ਹੈ, ਉਸ ਨਾਲ ਅਸੀਂ ਨਫ਼ਰਤ ਨਹੀਂ ਕਰਾਂਗੇ, ਉਹਦੇ ਥਾਟ ਪ੍ਰੋਸੈਸ ਵਾਸਤੇ ਅਰਦਾਸ ਕਰਾਂਗੇ ਰੱਬ ਜੀ ਇਹਨੂੰ ਸੁਮਤ ਬਖਸ਼ੋ, ਇਸ ਦਾ ਥਾਟ ਪ੍ਰੋਸੈਸ ਕੂੜ ਤੋਂ ਸਚਿਆਰ ਬਣਾ ਦਿਓ। ਲੇਕਿਨ ਸਾਰੀ ਜਪਜੀ ਦੀ ਖੇਡ ਚੱਲ ਰਹੀ ਹੈ ਮੈਂ ਕੂੜਿਆਰ ਤੋਂ ਸਚਿਆਰ ਬਣਨਾ ਹੈ। ਅੱਜ ਇਸ ਨੂੰ ਬ੍ਰੌਟ ਅਪ ਕਰਨ ਵਾਸਤੇ ਇੱਕ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਭਰੀਐ ਹੱਥ ਪੈਰ ਤਨ ਦੇ। ਹੱਥ ਪੈਰ ਜੇ ਗੰਦੇ ਹੋ ਜਾਂਦੇ ਨੇ, ਮੈਲ ਲੱਗ ਜਾਂਦੀ ਹੈ, ਤਾਂ ਉਹਨਾਂ ਨੂੰ ਸਿੰਪਲੀ ਪਾਣੀ ਧੋਤਾ ਉਤਰਸ ਕੇ ਉਹ ਪਾਣੀ ਨਾਲ ਧੋਂਦੇ ਨੇ ਨਾ, ਸਾਫ਼ ਕਰ ਲੈਂਦੇ ਆ ਪਾਣੀ ਦੇ ਨਾਲ। ਗੁਰੂ ਪਾਤਸ਼ਾਹ ਜਿੱਥੇ ਤੱਕ ਲਿਜਾਣਾ ਚਾਹੁੰਦੇ ਨੇ ਉੱਥੇ ਤੱਕ ਬ੍ਰੌਟ ਅਪ ਕਰਨ ਵਾਸਤੇ ਕਿਤਨੀ ਸਿੰਪਲ एग्जाम्पल ਦਿੰਦੇ ਨੇ। ਨਿੱਕੇ ਜਿਹੇ ਬੱਚੇ ਨੂੰ ਸਮਝ ਆ ਰਹੀ है हाथ पैर गंदे हो जाते हैं। जब बचपन में मेरे को मलमूत्र लग जाता था मेरी मम्मी पानी से धो देती थी, पर ये हाथ पैर तंदे पानी धोता उतरस के। हाँ पर जब कपड़े गंदे हो जाए, मूत पलीती कपड़ होए, अगर कपड़े को ऐसे लग जाए कुछ मलमूत्र लग जाए, उसको पानी से धोने में नहीं वो धुलता है, दे साबुन लईए धोए। ਹੁਣ ਤੱਕ ਇਹ ਦੋ ਐਗਜ਼ਾਮਪਲਾਂ ਦਿੱਤੀਆਂ। ਤੀਸਰੀ ਐਗਜ਼ਾਮਪਲ ਤੱਕ ਸਾਡੇ ਬਚਕਾਨਾ ਬਿਰਤੀ ਵਾਲੇ ਮਨ ਨੂੰ ਐਲੀਵੇਟ ਕਰਨ ਵਾਸਤੇ, ਬ੍ਰੌਟ ਅਪ ਕਰਨ ਵਾਸਤੇ ਕਹਿੰਦੇ ਨੇ ਭਰੀਐ ਮੱਤ ਪਾਪਾਂ ਕੈ ਸੰਗ। ਜੇ ਤੇਰੀ ਮੱਤ ਮੰਦੇ ਖਿਆਲਾਂ ਨਾਲ ਭਰ ਜਾਏ। ਸਾਧ ਸੰਗਤ ਜੀ ਗੁਰਮਤਿ ਦੀ ਇਹ ਫਿਲਾਸਫੀ ਸਾਰੀ ਦੁਨੀਆ ਨਾਲੋਂ ਅਲੱਗ ਹੈ ਕਿ ਦੁਨੀਆ ਸਮਝਦੀ ਹੈ कि तुसी माइंड ਨੂੰ यूज़ करो कि कौन कौन से अच्छे काम है मैं करूँगा तो इनसे मेरा पुण्य होगा, कौन कौन से पाप कर्म है मैं ये नहीं करूँगा तो इससे मेरा अगला जन्म डिसाइड होगा। ਉਹਨੂੰ ਪੁੰਨੀ ਪਾਪੀ ਫਿਲਾਸਫੀ ਕਹਿੰਦੇ ਨੇ, ਕਰਮਾ ਥਿਓਰੀ ਕਹਿੰਦੇ ਨੇ। ਗੁਰਮਤਿ ਇਹ ਨਹੀਂ ਮੰਨਦੀ। ਗੁਰਮਤਿ ਕਹਿੰਦੀ ਹੈ ਜੇ ਤੂੰ ਸੰਤੋਖੀ ਨਹੀਂ ਹੈ ਨਾ ਤਾਂ ਕੀ ਹੁੰਦਾ ਹੈ। काहे पूत झगड़त हो संग बार, काहे पूत झगड़त हो संग बार, जिनके जने बडीरे तुम हो तिन स्यों झगड़त पाप, काहे पूत झगड़त हो संग बार, जिनके जने बडीरे तुम हो। तू पता किस तरह बनया? तू संतोख पिता तो पैदा होया है और संतोख दे अगेंस्ट तू जींदा है, ਉਹਨੂੰ ਤ੍ਰਿਸ਼ਨਾ ਕਹਿੰਦੇ ਨੇ। ਦੁਨੀਆ ਭਰ ਦੇ ਪਦਾਰਥ ਮੈਂ ਭੋਗ ਲਵਾਂ, ਹੋਰ ਭੋਗਾਂ ਮੈਨੂੰ ਰੱਜ ਨਹੀਂ ਹੁੰਦਾ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ, ਗਿਆਨੀ ਜੀਵੇ ਸਦਾ ਸਦਾ ਤੈਨੂੰ ਪਤਾ ਨਹੀਂ ਹੈ। ਜਦੋਂ ਤੂੰ ਸੰਤੋਖ ਕੰਟੈਂਟਮੈਂਟ ਦੇ ਅਗੇਂਸਟ ਰਹਿੰਦਾ ਹੈ ਨਾ ਤਾਂ ਗੁਰਮਤਿ ਇਹਨੂੰ ਪਾਪ ਕਹਿੰਦੀ ਹੈ। ਹੁਣ ਤੂੰ ਜੋ ਕੁਛ ਮਰਜ਼ੀ ਕਰੇਗਾ ਸਾਰੀ ਪਾਪਾਂ ਦੀ ਅਲੱਗ ਲਿਸਟ ਸ਼ੁਰੂ ਹੋਏਗੀ, ਲੇਕਿਨ ਬੇਸ ਸਟਾਰਟ ਇੱਥੋਂ ਹੋਇਆ ਕਾਹੇ ਪੂਤ ਝਗੜਤ ਹੋ ਸੰਗ ਬਾਪ। ਬਾਪ ਕਹਿੰਦੇ ਨੇ ਸੰਤੋਖ ਪਿਤਾ ਨੂੰ, ਪਵਨ ਗੁਰੂ ਪਾਣੀ ਪਿਤਾ। ਅਸੀਂ ਪਿਤਾ ਸੰਤੋਖ ਤੋਂ ਪੈਦਾ ਹੁੰਦੇ ਹਾਂ, ਉਹਨੂੰ ਬਿੰਦੀ ਪੁੱਤਰ ਕਹਿੰਦੇ ਨੇ। ਸੰਤੋਖ ਦੀ ਬੂੰਦ ਤੋਂ ਪੈਦਾ ਹੋਇਆ, ਲੇਕਿਨ ਮੈਂ ਕੰਟੈਂਟਿਡ ਹੈ ਨਹੀਂ, ਮੈਂ ਸੰਤੋਖੀ ਹੈ ਨਹੀਂ। ਤ੍ਰਿਸ਼ਨਾ ਵਿਰਲੇ ਕੀ ਬੂਝੀ ਰੇ, ਕੋਟ ਜੋੜੇ ਲੱਖ ਕਰੋ ਰੇ, ਮਾਨਾ ਹੋ ਰੇ, ਪਰ ਪਰੇ ਹੀ ਕੋ ਲੂਜੀ ਰੇ। ਸੰਤੋਖੀ ਨਾ ਹੋਣਾ
ਪਾਪੀ ਹੁੰਦੇ ਹਾਂ, ਸੰਤੋਖੀ ਨਹੀਂ ਹਾਂ, ਰਜ਼ਾ ਵਿੱਚ ਨਹੀਂ ਰਹਿੰਦੇ ਹਾਂ, ਰਜ਼ਾ ਤੋਂ ਉਲਟ ਜੀਂਦਾ ਹਾਂ, ਮੈਂ ਪਾਪੀ ਹਾਂ। ਸਾਧ ਸੰਗਤ ਜੀ, ਜਿਹੜੇ ਜਾਨਵਰ ਨੇ ਨਾ, ਭੁੱਖ ਉਹਨਾਂ ਦੀ ਲੋੜ ਹੈ, ਇਸ ਕਰਕੇ ਖਾਂਦੇ ਨੇ। ਲੇਕਿਨ ਇਨਸਾਨ ਵਾਂਗੂ ਜਾਨਵਰ ਮਾਲ ਖਾਣਾ ਪੀਣਾ ਇਕੱਠਾ ਨਹੀਂ ਕਰਦੇ ਨੇ। ਬਟ ਇਨਸਾਨ ਨੂੰ ਭੁੱਖ ਲੱਗੀ ਹੈ, ਲੇਕਿਨ ਇਹ ਇਕੱਠਾ ਕਰਦਾ ਹੈ। ਇਸੇ ਨੂੰ ਤ੍ਰਿਸ਼ਨਾ ਕਹਿੰਦੇ ਨੇ, ਇਸੇ ਨੂੰ ਡਿਸਕੰਟੈਂਟਮੈਂਟ ਕਹਿੰਦੇ ਨੇ, ਇਸੇ ਨੂੰ ਭੁੱਖ ਕਹਿੰਦੇ ਨੇ। ਇੱਥੋਂ ਹੀ ਭਟਕਣਾ ਸ਼ੁਰੂ ਹੋਏਗੀ। ਕਾਹੇ ਪੂਛ ਝਗੜਤ ਹੋ ਸੰਗ ਬਾਪ, ਵਾਈ ਡੂ ਯੂ ਫਾਈਟ, ਪਾਪ ਸਟਾਰਟਸ। ਤਾਂ ਜੇ ਇਹ ਵਾਲੀ ਮੱਤ ਆ ਗਈ, ਐਸੇ ਖਿਆਲ ਵਾਲੀ, ਕੂੜ ਵਾਲੀ ਭਰੀ ਹੈ ਮੱਤ ਪਾਪਾਂ ਕੈ ਸੰਗ, ਤਾਂ ਕੀ ਹੁੰਦਾ ਹੈ, ਨਿੰਦਕ ਮੰਦੇ ਖਿਆਲਾਂ ਨਾਲ ਜੇ ਮੱਤ ਭਰ ਜਾਏ, ਸੰਤੋਖੀ ਨਹੀਂ ਰਹੀ, ਸੱਚ ਨੂੰ ਇਗਨੋਰ ਕੀਤਾ, ਤਾਂ ਤੇਰਾ ਨਿਬੇੜਾ ਨਾ ਅੰਦਰੋਂ ਕੇਵਲ ਹੋ ਸਕਦਾ, ਤੈਨੂੰ ਇਸ ਦੀ ਮੱਤ ਅੰਦਰੋਂ ਮਿਲ ਸਕਦੀ ਹੈ। ਅਸੀਂ ਇੱਕ ਸ਼ਬਦ ਪੜ੍ਹਿਆ ਸੀ, ਮਨ ਮੇਰੇ ਭੂਲੇ ਕਪਟ ਨ ਕੀਜੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਅਸੀਂ ਸਮਝਦੇ ਹਾਂ ਜਦੋਂ ਮਰ ਜਾਏਗਾ ਤੇਰੀ ਆਤਮਾ ਕੋਲੋਂ ਲੇਖਾ ਜੋਖਾ ਮੰਗਿਆ ਜਾਏਗਾ, ਤੇਰੇ ਜੀ ਕੋਲੋਂ ਪੁੱਛਿਆ ਜਾਏਗਾ। ਸਾਧ ਸੰਗਤ ਜੀ, ਇਹਦੇ ਵਿੱਚ ਪਤਾ ਕੀ ਕਹਿ ਰਹੇ ਨੇ ਰਾਹ 'ਚ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇੜਾ। ਇਹ ਤੇਰਾ ਜਿਹੜਾ ਝਗੜਾ ਚੱਲ ਰਿਹਾ ਨਾ ਕਪਟ ਕਰਨ ਦਾ, ਇਹ ਕਸ਼ਮਕਸ਼ ਚੱਲ ਰਹੀ ਹੈ ਨਾ ਗਲਤ ਮਲਤ ਕਰਨ ਦੀ, ਪਾਪ ਦੀ ਮੱਤ ਤੈਨੂੰ ਅੰਦਰ ਜਿਹੜੀ ਵੜ ਗਈ ਹੈ, ਇਸ ਦਾ ਨਿਬੇੜਾ ਕੌਣ ਕਰ ਸਕਦਾ ਹੈ? ਅੰਤ ਨਿਬੇੜਾ, ਆਖਿਰਕਾਰ ਤੇਰਾ ਨਿਬੇੜਾ ਜੀ ਪੈ ਲੀਜੈ। ਜੀ ਪੈ ਮੀਨਸ ਜਿੱਥੇ ਅੰਦਰ ਰੱਬ ਜੀ ਵਸਦੇ ਨੇ, ਉਹਨਾਂ ਦੀ ਮੱਤ ਲੈ ਲੈ, ਨਿਬੇੜਾ ਹੋ ਜਾਏਗਾ। ਉਹ ਤੁਹਾਨੂੰ ਸਮਝਾ ਦੇਗੀ ਕਿ ਕਪਟ ਨਹੀਂ ਕਰਨਾ ਚਾਹੀਦਾ। ਅੰਤ ਨਿਬੇੜਾ ਤੇਰੇ ਜੀ ਪੈ ਲੀਜੈ। ਇੱਥੋਂ ਪੁੱਛ ਲੈਣਾ, ਤੈਨੂੰ ਝਗੜਾ ਹੋਇਆ, झगड़ा एक निबेड़ो राम कह ना आके, झगड़ा बहुत पड़ गया, आई एम कन्फ्यूज्ड, मुझे कुछ समझ नहीं आ रहा, इधर जाऊँ कि उधर जाऊँ, आई एम रियली कन्फ्यूज। झगड़ा एक निबेड़ो राम, वो झगड़ा निबेड़ देंगे, अंदरों रब जी रहिंदे ने, उन्हां दी मत लै लै, इसनूं हुक्म रजाई चलना कहंदे ने। तेरा जी अंदरों रब जी वसदे ने, उन्हां दी मत लै लै, अंत निबेड़ा, आखिरकार निबेड़ा यहाँ से होगा भाई। अंदर की आवाज़ सुन, ज़मीर की आवाज़ सुन, लिसन टू योर इनकॉन्शियंस। मन तू जो स्वरूप है, अपना मूल पछाण, मन हर जी तेरे नाल है, भगवान जी रहते हैं तेरे साथ, गुरमति रंगमाण। जे मूल पछाण लिया ना, मूल पछाण है ताश हो जाने, मरण जीवन की सोच हुई, पता लग जाए मैं मरता कैसे हूँ, जमता कैसे हूँ। शरीर शरीरक की गल नहीं चल रही, ये तो डॉक्टर MBBS पढ़ लेंदा, उन्हें पता लग जाता है हार्ट बीट खत्म हो गई है, मर गया है, और ये मम्मी पापा ने बच्चा पैदा किया, ये कंसीव हो गया। ये तो डॉक्टर को ही पता है कैसे नहीं, तेनू अपना रोज़ रोज़ पल पल अनेकों वारी लखां वारी मनमुख गर्भ जूनी नित पाउंदा जी वाला जम्मण मरण तेनू नहीं पता, यदी सोझी हो जाती है। कैसे मैं पल पल आत्मक तौर पे क्रोध करता हूँ और मरता हूँ, कैसे जीभ के स्वाद में पड़ता हूँ तो मरता हूँ, कैसे मैं दिन रात लखां वारी जून बदलता हाँ। माधो अविद्या हितकीन, विवेक दीप मलीन, मेरा दीवा मैला हो गया है, मेरे लैंप में चारों तरफ कालख लग गई है, बाहर लाइट नहीं आ रही है, लैंप साफ करना होगा। इस शब्द विच कहंदे ने मृग मीन प्रिंग पतंग कुंचर एक दोख विनाश, ये सारे एक एक रोग के कारण मर जाते। 5 रोग असाध जाम है जिसमें 5 रोग हो, ताकि केतक आस, वो कैसे बचेगा भाई साहब, वो बंदा कैसे बच सकता है? जिस पशु मानस चम प्लेटें अंदरों कालिया वाला जो ये जीवन जीता, वो कैसे बच सकता है? उन्होंने कहते हैं तेनू ये वाली मत आ गई है। इस मत दे नाल की हुंदा है, जे रत लगे कपड़े,
जे रत लगे कपड़े जामा होए पलीत, जामा होए पलीत। जो रत पीवे मानसा, जो रत पीवे मानसा, तिन क्यों निर्मल चीत, तिन क्यों निर्मल चीत, तिन क्यों निर्मल चीत। नानक नाओ खुदाए का, दिल हच्छे मुखले, अवर दिवाजे दुनी के, झूठे अमल करे, झूठे अमल करे। जे रत लगे कपड़े जामा होए पली। जिस तरह कपड़े नूं मूत पलीती लग जाए ਤਾਂ ਉਹ ਪਲੀਤ ਹੋ ਜਾਂਦਾ ਹੈ, ਇਸ ਤਰ੍ਹਾਂ ਤੇਰੇ ਮਨ ਰੂਪੀ ਤੇਰੇ ਥਾਟ ਪ੍ਰੋਸੈਸ ਦੇ ਕੱਪੜੇ ਉੱਤੇ ਨਾ ਲੋਕਾਂ ਦਾ ਖੂਨ ਚੂਸਣ ਵਾਲੀ, ਪਰਾਇਆ ਹੱਕ ਖਾਣ ਵਾਲੀ ਲੱਗ ਗਈ ਹੈ ਬਲੱਡ ਦੀ ਬੂੰਦ। ਤੂੰ ਖੂਨ ਚੂਸਣ ਲੱਗ ਪਿਆ ਲੋਕਾਂ ਦਾ। ਜੇ ਰਤ, ਰਤ ਮੀਨਸ ਬਲੱਡ, ਜੇ ਰਤ लग कपड़े जामा हुए पलीत, वो कपड़ा अपवित्र माना जाता है जिस पर खून जरा सा लग जाए। जे रत पीवे मानसा, तू लोगों का खून चूसता है। तुसी कदे देखा किसी ने खून चूसदे? कदे कभी तुसी दुनिया च किसी ने भी देखा कि कोई किसी ने अपने दंद गाड़ के ਉਹਦੇ ਇੱਥੋਂ ਕਿੱਥੋਂ ਬੋਡੀ ਤੋਂ ਖੂਨ ਚੂਸ ਰਿਹਾ ਹੋਏ? ਪਰ ਅਸੀਂ ਸਮਝਦੇ ਹਾਂ ਅਸੀਂ ਤੇ ਕੋਈ ਚੂਸ ਨਹੀਂ ਰਹੇ। ਜਦੋਂ ਅਸੀਂ ਕਿਸੇ ਨੂੰ ਜ਼ਰਾ ਜਿਹਾ ਵੀ ਅੱਖਾਂ ਕੱਢ ਕੇ ਕ੍ਰੋਧ ਕਰਦੇ ਹਾਂ, ਮਾਨੋ ਅਸੀਂ ਉਹਦਾ ਖੂਨ ਸੁਕਾ ਦਿੱਤਾ, ਖੂਨ ਚੂਸ ਲਿਆ। ਕਿਸੇ ਕੋਲੋਂ ਵਿਆਜ ਲੈ ਲੈ ਕੇ ਉਸ ਨੂੰ ਅਸੀਂ ਜ਼ਿੰਦਾ ਗਾੜ ਦਿੰਦੇ ਹਾਂ, ਲੇਕਿਨ ਉਹਦਾ ਘਰ ਦਾ ਜੀਣਾ ਔਖਾ ਹੋ ਚੁੱਕਾ ਹੁੰਦਾ ਹੈ। ਅਸੀਂ ਖੂਨ ਚੂਸ ਲਿਆ। इस तरह जे रत पीवे मानसा लोगों का खून चूसा, तिन क्यों निर्मल चीत। तू अपने आप को बोलता मैं बड़ा वैजीटेरियन हूँ, तू तो लोगों का खून चूसदा मलक भागों वांगू। इस गल नूं बार बार करांगे तो पता लगेगा ये पापां वाली मत है। इस मत तो छुटदे किस तरह? पौड़ी सतगुर वड्डा कर सलाई है, जिस विच वड्डियां वड्डियाइयां सह मेले ता नदरी आइयां, जा तिस पाणा ता मन वसाइयां, कर हुक्म मस्तक हथ तर, कर हुक्म मस्तक हथ तर, विचों मार कड्डियां बुरियाइयां, विचों मार कड्डियां बुरियाइयां, शह तुठे नौ निद, सह तुठे नौ निद पाइयां। नौ निद मतलब, नौ निद का मतलब पैसा नहीं होंदा। नौ निद का मतलब, नौ निदा 18 सिद्धा डज नॉट मीन तुम अमीर ऐसे बन जाओगे। नौ निद का मतलब होंदा है मेरे नौ द्वारे, इन्हां दी निद खजाना, इन्हां दी अक्ल समझ आ जाती है। शायद उठे नौ निद पाइयां, इन्हां नाल ही ते मैं सारे विकार करदा सी, इन्हां लई ते मैं लोकां दा खून चूसदा सी। जदों किसी का पुत्र देखिया, इन्हां कोल पुत्र है, मेरा पुत्र नहीं, हमारा पुत्र होना चाहिए, नहीं तो इसका पुत्र मरवा दो, खून चूसना ही तो है। इन्हां सारियां दे नाल जो कुछ तू करदा है ना, इन्हां दी मत समझ आती है। सतगुर वड्डा कर सलाइए, सतगुर की करदा है? विचों मार कड्डियां बुराइयां, कर हुक्म मस्तक हथ तर, सुमत बख्शदा है। मत आण सर पता की होंदा है? विचों मार कड्डियां बुराइयां। इनू कहंदे ने भरी है मत पापां के संग, ओ धोपै
ਨਾਵੇਂ ਕੀ ਹੈ? ਸਤਿਗੁਰ ਦੀ ਮੱਤ। ਸਤਿਗੁਰ ਦੀ ਮੱਤ ਜਦੋਂ ਲੈ ਲੈਂਦੇ ਆ ਨਾ, ਰੀਅਲ ਸੈਂਸ ਵਿੱਚ ਰੱਬ ਜੀ ਦਾ ਸਤਨਾਮ ਨਾਮਣਾ ਸਮਝ ਆ ਜਾਂਦਾ ਹੈ। ਹਮੇਸ਼ਾ ਰੱਬ ਜੀ ਨੂੰ ਯਾਦ ਕਰਨ ਦੀ ਵੀ ਅਕਲ ਆ ਜਾਂਦੀ ਹੈ, ਔਰ ਉਹ ਵਾਲੀ ਵਿਵੇਕ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਅਤੇ ਮਨੁੱਖ ਹਮੇਸ਼ਾ ਰੱਬ ਜੀ ਦੇ ਰਜ਼ਾ ਨਿਯਮ ਅਨੁਸਾਰ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਖਾਣੀ ਹੈ। ਏਕੋ ਨਾਮ ਹੁਕਮ ਹੈ, ਰਜ਼ਾ ਸਮਝ ਆ ਗਈ। ਨਾਨਕ ਸਤਿਗੁਰ ਦੀਆ ਬੁਝਾਈ ਜਿਉ। ਸਤਿਗੁਰ ਸਮਝਾ ਦਿੰਦਾ ਨਾਮ ਕੀ ਹੈ। ਸਤਿਗੁਰ ਸਮਝਾ ਦਿੰਦਾ ਸਾਰਾ ਜੇਤਾ ਕੀਤਾ ਤੇਤਾ ਨਾਉ। ਸਾਰੀ ਦੁਨੀਆ ਵਿੱਚ ਤੈਨੂੰ ਜਿੱਥੇ ਵੀ ਜੀਣਾ ਹੈ, ਸੱਚ ਦੀ ਮੱਤ ਅਨੁਸਾਰ ਜੀਣਾ ਹੈ, ਰੱਬ ਦੀ ਰਜ਼ਾ ਅਨੁਸਾਰ ਜੀਣਾ ਹੈ। ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਵਰਨਾ ਤੂੰ ਜੇ ਇੱਕ ਲਫ਼ਜ਼ੀ ਰਟਨ ਕਰਦਾ ਰਹਿ ਜਾਏਗਾ ਤਾਂ ਉਹਨੂੰ ਕਹਿੰਦੇ ਨੇ ਹਰ ਹਾਰ ਕਰੈ ਨਿਤ ਕਪਟ ਕਮਾਵੈ। ਹਰ ਹਾਰ ਕਰੈ ਨਿਤ ਕਪਟ ਕਮਾਵੈ। ਹਿਰਦਾ ਸ਼ੁੱਧ ਨ ਹੋਈ, ਹਿਰਦਾ ਸ਼ੁੱਧ ਨ ਹੋਈ। ਗਿਆਨੀ ਗੁਰ ਬਿਨ ਭਗਤ ਨ ਹੋਈ, ਗੁਰ ਬਿਨ ਭਗਤ ਨ ਹੋਈ। ਹਰ ਹਾਰ ਕਰੈ ਨਿਤ ਕਪਟ ਕਮਾਵੈ। ਹਿਰਦਾ शुद्ध न होई। ऐसे हृदय शुद्ध नहीं होगा। बार बार से तू हर हर कर रहा है, माला फेरे जा रहा है, राम राम सबको कहें, कहीं राम ना होए, ऐसे नहीं होगा। तेरे को अपना मन साफ करना होगा। काहे को कीजिए ध्यान जपन्ना, जब ते शुद्ध ना ही मन अपना, मन ते तेरा शुद्ध नहीं है। मन साफ करना गुरमति भक्ति है, क्योंकि मन साफ होएगा कूड़ उतर गई, रब जी ना मिलन हो गया। मन साफ करन दी जात सिक्ख्या करना। हर हर करे नित कपट कमावे, हृदय शुद्ध न होई। सांप कुंच छोड़ है, बिख नहीं छाड़ है। जहर तो छोड़ता नहीं है, बाहर से धार्मिक वेग बना लेता है, सांप की तरह से कोंचली बदल लेता है। सांप कुंच छोड़ है, बिख नहीं छाड़ है। उदक माए जैसे बाघ ध्यान मांड है, तू तो ऐसे ध्यान लगा लेता है, मैंने बड़ा नाम जप लिया भगवान का, लेकिन अंदर तेरा मन शुद्ध नहीं है। काहे को कीजिए ध्यान जपन्ना, ये मेडिटेशन क्या करता है तू? काहे को कीजिए ध्यान जपन्ना, किसको मूर्ख बना रहा है? आंखें बंद बंद करके। ये जो कूड़ी कूड़ी अखी मीट दे, तिनका उतर जाएगा झूठ गुमान। कूड़ी कूड़ी अखी मीटन से कुछ नहीं होगा। मन साफ करने वाले पासे पै, किसी का मन तू नहीं साफ कर सकता। अपने मन नू साफ करने की खेड सिख। अपना मन साफ करने वास्ते कर्म कांड नहीं करीदा। एक असी शब्द पढ़िया सी, फीयर एंड लव सैमीनार कीता सी 97 आई थिंक, ਉਹਦੇ 'ਚ ਅਸੀਂ ਸ਼ਬਦ ਪੜ੍ਹਿਆ ਸੀ ਆਨੰਦ ਸਾਹਿਬ ਦਾ, ਕਰਮੀ ਸਹਿਜ ਨਾ ਉਪਜੈ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨ ਜਾਇ, ਬਿਨ ਸਹਿਜੇ सहसा न जाए, न जाए सहसा कितै संजम जाए, सहसा न जाए सहसा कितै संजम रहे, कर्म कमाए रहे। सहस जियो मलीन है, सहसे जियो मलीन है, कित संजम तोता जाए, कित संजम तोता जाए। मन तो वो शब्द लागो, मन तो वो शब्द लागो, हर स्यों रहो
चित लाए, हर स्यों रहो चित लाए। कह नानक गुर प्रसादी, कह नानक सहज उपजै, सहज उपजै। ए सहसा ईव जाए, ए सहसा ईव जाए, ए सहसा इव जाए। तू कर्म कांड करदा है, कर्मी सहज ना उपजे। सहज आएगा नहीं, संतोख आएगा नहीं, सबर टॉलरेंस पेशेंस आएगी नहीं। तेनू की हो जाएगा, डर सताना शुरू कर देगा। सहसे जियो मलीन है, न जाए सहसा कितने संयम। किसी भी कर्म कांड से तेरा ये सब कुछ पाखंड दूर नहीं होगा, मैल दूर नहीं होगी। कर्म कांड मत किया कर। सहसा जियो मलीन है, सहसा डर तौखला चिंता फिकर। साढ़े चो किसी ਨੂੰ डर तौखला चिंता फिकर है ना, मानो मन मैला है, पत पापा के संग भरी हुई है। जरा जा निक्का जा फियर डर होना सहसा है। सहसे जियो मलीन है, मन मैला है। अपना अपना चेक करांगे। मेरे को अगर कोई चिंता है, मेरे को अगर कोई फिक्र है, अगर मेरे को कोई छोटी सी बात पे कॉकरोच से भी डर लगता है, भूत प्रेत तो बहुत बड़ी बात होगी ना। कोई भी ऐसा डर मेरे को अगर लगता है, तब मानो मेरा मन मैला है। और मन मैले सब किछ मैला, तन धोता मन अच्छा ना होए। सहसे जियो मलीन है, कित संयम धोता जाए। सवाल पूछते ने कैसे धोता जाए। मन धोवो, मन साफ करने वाले पासे पै। शब्द लागो, सतगुर दी मत लै लै। सतगुर दी मत की है, वो धोपै नावै कै रंग। मन धोवो शब्द लागो, हर स्यों रहो चित लाए। कहना गुर प्रसादी, सतगुर दी मत लै लै, सहज उपजै। ये सहसा इव जाए, ऐसे ही मैल दूर हो जाती है। उन्होंने कहते ने भरी है मत पापा कै संग, वो धोपै नावै कै रंग। पुन्नी पापी आखण नाए। किसी को पुन्नी पापी आखण, आखण होता है लेबल, मत किया कर। ये कहने वाली बातें नहीं है कि ये पुण्य है ये पापी है। तू सतगुर दी मत लिया कर साधु अंजलि पुण्य वड्डा है, कर डंडौत पुण्य है, सब तो वड्डा पुण्य है। ये मत लिया कर। पुन्नी पापी आखण नाए, किसी नू लेबल ना करया कर। आखण नाले कोई गल नहीं बनती है। काया अंदर पाप पुण्य दोई पाई, दो ही मिलकर सृष्टि पाई। तेरी अपनी सृष्टि इंज बनाई हुई थॉट प्रोसैस कि तू पाप और पुण्य की फिलॉसफी च रहना है, तो चंगे मंदे ख्यालों में रहना है। जेकर तू यह समझदा है ना कि हर किसी का अपना थॉट प्रोसैस है, और अपने थॉट प्रोसैस नालों कर्मी आपो अपनी के नेड़े के दूर होंदा है, तो किसी नू बुरा ना किया कर, अपने बारे सोचिया कर। लेकिन ये गल समझ लै, जैसा बीजो वैसा वड्डी दा है। हुण किसी नू नहीं कहांगे, कदी असीं नहीं कहांगे फलाना मुख भैड़ा है, वो बंदा भैड़ा है, नहीं कहांगे। जे वो भैड़ा तो उन्हें अपना बीजिया, अपना आप वड्डेगा। जिया बीजै सो लुणै, कर्मा संदड़ा खेत। एज यू सो शैल यू रीप। वो भुगतेगा। तू अपने बारे सोच। ਉਹਨੂੰ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਓ। ਜੈਸਾ ਅਸੀਂ ਲੇਖ ਲਿਖਦੇ ਹਾਂ ਵੈਸਾ ਸਾਡਾ ਜੀਵਨ ਬਣਦਾ ਜਾਂਦਾ ਹੈ। ਉਹਨੂੰ ਕਹਿੰਦੇ ਨੇ ਜੈਸਾ ਕਰੇ ਸੋ ਤੈਸਾ ਪਾਵੇ, ਆਪ ਬੀਜ ਆਪੇ ਹੀ ਖਾਵੇ। जैसा बीजते हैं कर कर करना लिख ले जाओ। जाओ कहाँ? मरने के बाद नहीं, इसे जीवन ही अगला पल उस तरह शुरू होता है। जैसा बीजा है जिहा बीजे सो लुणे, कर्मा संदड़ा खेत। पर बीजे बिख पॉइजन तू बीजता है, मंगे अमृत। देखो ये नहीं आओ, ये कौन सा तरीका हुआ भाई साहब? ये तो जस्टिस का तरीका नहीं है। तू पॉइजन बीजता है और वो निकल आएंगे। तू बीजता चावल है और तू सोचता सोना निकल आएगा, ये भुलेखा है। नहीं, ऐसे नहीं होता। कर कर करना लिख ले जाओ, आपे बीज आपे ही खाओ। जो जिस जैसा बीजेगा वैसा वड्डेगा। तू किसी नू पापी पुन्नी लेबल ना करया कर। गुरमत इत्थों पाप पुण्य की फिलॉसफी तो तोड़ विछोड़ा कर लेंदी है। जपजी साहब भी सानू सिखाया है, लेकिन असीं इस गल्लां नू विचारदे ही नहीं पे। आप बीज आपे ही खाओ, नानक हुक्मी आवो जाओ। जैसा मन हुक्म करता है वैसा बन जाता है।
ਸਤਿਗੁਰ ਦੀ ਮੱਤ ਲੈ ਕੇ ਚੰਗੇ ਹੁਕਮ ਆਪਣੀ ਸਾਰੀ ਬੋਡੀ ਨੂੰ ਕਰਦਾ ਨਾ, ਜਿਸ ਤਰ੍ਹਾਂ ਪਿਛਲੀ ਪੌੜੀ ਜਾਏ ਜਿਵ ਫੁਰਮਾਏ ਤਿਵ ਤਿਵ ਪਾਏ। ਜੇ ਚੰਗੀ ਮੱਤ ਦਿੰਦਾ ਹੈ ਤਾਂ ਰੱਬ ਜੀ ਦੇ ਨੇੜੇ ਹੋ ਜਾਂਦੇ, ਉਹਨੂੰ ਆਵੋ ਕਹਿੰਦੇ ਨੇ। ਜੇ ਮਾੜੀ ਮੱਤ ਦਿੰਦਾ, ਕੂੜ ਦੀ ਮੱਤ ਹੁੰਦੀ ਹੈ, ਉਹਨੂੰ ਜਾਓ ਕਹਿੰਦੇ ਨੇ, ਦੂਰ ਹੋ ਜਾਂਦਾ, ਵਿਛੋੜਾ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਸੰਜੋਗ ਵਿਜੋਗ, ਦੋ ਕਾਰ ਚਲਾਵਿਆ ਕੌਣ? ਮੇਰਾ ਮਨ। ਰੱਬ ਜੀ ਦੇ ਮਿਲਣ ਦੀ ਅਵਸਥਾ ਪ੍ਰਾਪਤ ਕਰਨ ਵਾਸਤੇ ਸਤਿਗੁਰ ਦੀ ਮੱਤ ਲੈਂਦਾ ਹੈ। ਜਮਾਂ ਦੀ ਮੱਤ ਬੁੱਧੀ ਲੈ ਕੇ ਰੱਬ ਜੀ ਤੋਂ ਦੂਰ ਹੋ ਜਾਂਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਹੋ ਜਾਂਦਾ ਹੈ ਜਾਂ ਕੇ ਦੂਰ ਹੋ ਜਾਂਦਾ ਹੈ। ਨਾਨਕ ਹੁਕਮੀ ਆਵੋ ਜਾਓ, ਇਸ ਵਾਸਤੇ ਅਸੀਂ ਇੱਕ ਸ਼ਬਦ ਪੜ੍ਹਿਆ ਸੀ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਬਿਲਾਲੋ, ਕੂੜ ਫਿਰੈ ਪ੍ਰਧਾਨ ਬਿਲਾਲੋ। ਪਾਪ ਕੀ ਜੰਜ ਲੈ ਕਾਬਲ ਤਾਇਆ, ਪਾਪ ਕੀ ਜੰਜ ਲੈ ਕਾਬਲ ਉਤਾਇਆ, ਜ਼ੋਰੀ ਮੰਗੈ ਦਾਨ ਬਿਲਾਲੋ, ਜ਼ੋਰੀ ਮੰਗੈ ਦਾਨ ਬਿਲਾਲੋ। ਜਦੋਂ ਮੈਂ ਸੱਚ ਸੁਣ ਕੇ ਉਹਦੇ ਤੇ ਮਿਹਨਤ ਨਹੀਂ ਕਰਦਾ, ਸੱਚ ਹੁੰਦਾ ਧਰਮ, ਧਰਮ ਨੂੰ ਮੈਂ ਗਾਇਬ ਕਰ ਦਿੱਤਾ ਕਿਉਂਕਿ ਮੈਂ ਉਹਦੇ ਤੇ ਮਿਹਨਤ ਨਹੀਂ ਕਰਦਾ, ਉਹਨੂੰ ਸ਼ਰਮ ਕਹਿੰਦੇ ਨੇ। ਸ਼ਰਮ ਧਰਮ ਦੋਏ ਛੱਪ ਖਲੋਏ। ਜਦੋਂ ਮੈਂ ਇਹਨਾਂ ਨੂੰ ਫੇਡ ਕਰ ਦਿੰਦਾ ਤਾਂ ਮੇਰੀ ਕੂੜ ਪ੍ਰਧਾਨਤਾ ਕਰਦੀ ਹੈ, ਮੇਰੀ ਅਗਵਾਈ। ਮੈਂ ਕਿਹਨੂੰ ਫੋਲੋ ਕਰਦਾ? ਕੂੜੀ ਮੱਤ ਨੂੰ ਕਰਦਾ। ਔਰ ਕੂੜੀ ਮੱਤ ਮੇਰੇ ਕੋਲੋਂ ਜਾਮਾ ਦੀ ਬਰਾਤ ਲੈ ਕੇ ਆ ਜਾਂਦੀ ਹੈ ਔਰ ਮੇਰੇ ਕੋਲ ਜ਼ੋਰ ਹੀ ਮੰਗੇ ਦਾਨ ਵੱਲੋਂ, ਚੰਗੇ ਚੰਗੇ ਗੁਣਾਂ ਦਾ ਦਾਨ ਮੰਗਦੀ ਹੈ। ਮੇਰੇ ਸਾਰੇ ਚੰਗੇ ਗੁਣ ਖੋਹ ਲੈਂਦੀ ਹੈ। ਮੈਂ ਭੈੜਾ ਮਨੁੱਖ ਬਣ ਜਾਂਦਾ, ਮੇਰਾ ਕਰੈਕਟਰ ਖਰਾਬ ਹੋ ਜਾਂਦਾ, ਮੈਂ ਸਦਾਚਾਰੀ ਨਹੀਂ ਰਹਿੰਦਾ। ਹੁਣ ਇਸ ਸ਼ਬਦ ਦੇ ਅਖੀਰ ਤੇ ਚੱਲ ਕੇ ਜਿਹਦੇ ਵਾਸਤੇ ਨਾਨਕ ਹੁਕਮੀ ਆਵੋ ਜਾਓ ਵਿਚਾਰਨਾ ਹੈ, ਉਹਦੇ ਵਾਸਤੇ ਪੰਕਤੀ ਉਚਰਦੇ, ਆਵਨ ਅਠ ਤਰੈ ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ। ਪਹਿਲੀ ਪੌੜੀ ਸਵਾਲ ਸੀ, ਕਿਵ ਸਚਿਆਰਾ ਹੋਈ, ਕਿਵ ਕੂੜਾ ਟੁੱਟਿਆ ਪਾਲ। ਕੂੜ ਦੀ ਪ੍ਰਧਾਨਤਾ ਮੇਰਾ ਮਨ ਲੈਂਦਾ, ਮੇਰੀ ਮੱਤ ਲੈਂਦੀ ਹੈ। ਹੁਣ ਇਸ ਕੂੜ ਨੂੰ ਹਟਾਉਣਾ ਹੈ। ਹਟਾਉਣ ਵਾਸਤੇ ਕਹਿੰਦੇ ਨੇ ਆਵਨ 8 ਤਰੈ, 78 ਨਹੀਂ ਹੈ, 78 ਨਹੀਂ ਆਓ, 1478 1578 ਕੋਈ ਸੈਂਚਰੀ ਨਹੀਂ ਹੈ। ਆਵਨ 8 ਤਰੈ, ਮੇਰਾ ਅੱਠਾ ਸੰਵਰ ਜਾਏ। ਅੱਠਾ ਹੁੰਦਾ ਇਹ ਦੋ ਲੱਤਾਂ, ਇਹ ਦੋ ਜੰਗਾਵਾਂ, ਥਾਈਜ਼, ਇਹਨਾਂ ਦੀਆਂ ਹੱਡੀਆਂ 4 ਅਤੇ ਛਾਤੀ ਦੀ ਹੱਡੀ 5, ਇਹ ਦੋ ਬਾਂਹ ਦੀਆਂ ਹੱਡੀਆਂ 7 ਅਤੇ ਇੱਕ ਸਿਰ ਦਾ ਸਕਲ, ਇਹ ਅੱਠਾ। ਯੋਗ ਮਤ ਸਮਝਦਾ ਸੀ ਇਸ ਨੂੰ ਸਵਾਸ ਅੰਦਰ ਬਾਹਰ ਅਨੁਲੋਮ ਵਿਲੋਮ ਕरेंगे ਤਾਂ ਇਹ ਠੀਕ ਰਹੇਗਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਮਨ ਨੂੰ ਫਿਕਸ ਅਪ ਕਰ ਲੈ, ਅੱਠਾ ਸੰਵਰ ਜਾਏਗਾ। ਮਨ ਨੂੰ ਤਾਰਨ ਵਾਸਤੇ ਤੈਨੂੰ ਕੀ ਕਰਨਾ ਪਏਗਾ? ਆਵਨ 8 ਤਰੈ ਜਾਨ 7 ਅਨਵੈ, 97 7 ਅਨਵੈ ਹੈ। 7 ਅਨਵੈ ਹੁੰਦਾ ਸੱਚ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਅਵਗੁਣ ਜਾਂਦੇ ਹਨ। ਗੁੜ ਦਰਿਆਓ ਵਿੱਚ ਨਹਾਓ ਨਾ, ਬਾਹਰ ਦੇ ਕਿਸੇ ਪਾਣੀ ਨਾਲ ਨਹਾਉਣ ਨਾਲ ਨਹੀਂ ਜਾਂਦੇ ਨੇ। ਉਹ ਤਾਂ ਪਹਿਲੀ ਪੌੜੀ 'ਚ ਆ ਗਿਆ, ਪਹਿਲੀ ਲਾਈਨ 'ਚ ਆ ਗਿਆ, ਭਰੀਏ ਹੱਥ ਪੈਰ ਧੰਦੇ ਪਾਣੀ ਧੋਤਾ ਉਤਰਸ ਕੇ ਬਾਹਰੋਂ ਸਾਫ਼ ਹੁੰਦੇ ਨੇ, ਪਰ ਮਨ ਨਹੀਂ ਸਾਫ਼ ਹੁੰਦਾ। ਮਨ ਕਿਸੇ ਪਾਣੀ ਨਾਲ, ਕਿਸੇ ਤੀਰਥ 'ਤੇ ਨਹਾਉਣ ਨਾਲ ਸਾਫ਼ ਨਹੀਂ ਹੁੰਦਾ। ਮਨ ਨੂੰ ਸਤਿਗੁਰ ਦੀ ਮੱਤ ਦੇ ਦਰਿਆਓ ਵਿੱਚ ਨਹਾਉਣਾ ਪੈਂਦਾ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹੀ ਰਹਿ। ਸਤ ਸੰਗਤ ਕੀ ਧੂੜ ਪੜੀ ਉੱਡ ਨੇਤਰੀ, ਹਮਰੀ ਦੁਰਮਤ ਮੈਲ ਗਵਾਏ। ਮੈਲ ਖਤਮ ਹੋ ਜਾਂਦੀ ਹੈ। ਇਹ ਮੈਲ ਵਾਸਤੇ ਮਨ ਨੂੰ ਸਤਿਗੁਰ ਦੇ ਸਰੋਵਰ ਵਿੱਚ ਨਵਾਉਣਾ ਪੈਂਦਾ ਹੈ। ਆਵਨ ਤੇਰਾ ਰੱਬੀ ਮਿਲਣ ਦੀ ਅਵਸਥਾ ਬਣ ਸਕਦੀ ਹੈ। ਨਾਨਕ ਹੁਕਮੀ ਆਵੋ ਮਿਲਾਪ ਹੋ ਸਕਦਾ ਹੈ ਔਰ ਅਵਗੁਣ ਜਾ ਸਕਦੇ ਨੇ। ਜੇ ਵਿਛੋੜਾ ਪਿਆ ਨਾ ਤਾਂ ਜਾਓ ਹੋ ਜਾਏਗਾ ਤੇਰਾ। ਤੂੰ ਸਮਝ,
ਨਾਨਕ ਹੁਕਮੀ ਆਵੋ ਜਾਓ। ਆਵਨ 8 ਤਰੈ, ਜੇ 8 ਤਰਨਾ ਹੈ ਨਾ, ਜਾਨ ਅਵਗੁਣ ਛੱਡ, ਸੱਤ ਅਨਵੈ, ਸੱਚ ਦੇ ਅਨਵੈ, ਸੱਚ ਦਾ ਇਸ਼ਨਾਨ ਕਰ ਸਰੋਵਰ ਦੇ ਵਿੱਚ। ਅਗਲੀ ਪੌੜੀ 'ਚ ਲਿੰਕ ਹੋਏਗਾ, ਇਹ ਮੇਰੇ ਬਣਾਏ ਹੋਏ ਅਰਥ ਨਹੀਂ ਨੇ। ਜਾਨ ਸਤ ਅਨਵੈ, ਹੋਰ ਵੀ ਉਠਸੀ ਮਰਦ ਕਾ ਚੇਲਾ, ਹੋਰ ਅਵਗੁਣ ਚਲੇ ਗਏ ਔਰ ਮਨ ਜਿਹੜਾ ਹੈ ਇਹ ਰੱਬ ਮਰਦ ਅਗੰਮੜਾ ਦਾ ਚੇਲਾ ਬਣ ਜਾਂਦਾ ਹੈ, ਸੱਚ ਦਾ ਡਿਸਾਈਪਲ ਹੋ ਜਾਂਦਾ ਹੈ। ਫਿਰ ਇਸ ਨੂੰ ਵਿਕਾਰਾਂ ਨਾਲ ਕੰਬੈਟ ਕਰਨਾ ਆ ਜਾਂਦਾ ਹੈ, ਵਿਕਾਰ ਇਸ ਨੂੰ ਸਤਾਉਂਦੇ ਨਹੀਂ। ਮਨ ਨੋਜ਼ ਹਾਊ ਟੂ ਫਾਈਟ ਵਿਦ ਦਾ, ਗੁਸਾਈ ਦਾ ਪਹਿਲਵਾਨੜਾ ਬਣ ਜਾਂਦਾ, ਮਨ ਸੂਰਮਾ ਬਣ ਜਾਂਦਾ। ਵਿਕਾਰਾਂ ਸੇ ਕੈਸੇ ਲੜਤੇ ਹੈ, ਜੋ ਲੜਾ ਦੀਨ ਕੇ ਹਿਤ ਵਾਲਾ ਸੂਰਮਾ ਬਣ ਜਾਂਦਾ ਵਿਕਾਰਾਂ ਨਾਲ। ਡੈਫੀਸ਼ੀਐਂਸੀਜ਼, ਸ਼ਾਰਟ ਕਮਿੰਗਸ, ਫਲॉज ਦੇ ਨਾਲ ਲੜਨਾ ਸਿੱਖ ਜਾਂਦਾ ਹੈ ਔਰ ਹਾਰਦਾ ਨਹੀਂ ਹੈ, ਉਹਨਾਂ ਕੋਲੋਂ ਜਿੱਤ ਜਾਂਦਾ ਹੈ ਸਤਿਗੁਰ ਦੀ ਮੱਤ ਲੈ ਕੇ। ਹੋ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਤੁਮਾਲੜਾ, ਸਿੱਖ ਜਾਂਦਾ ਹੈ। ਔਰ ਕਹਿੰਦੇ ਨੇ ਹੋਰ ਵੀ ਉਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਨਿਜ ਘਰ ਤੋਂ ਸੱਚ ਦੀ ਬਾਣੀ ਆਖੀ ਜਾਂਦੀ ਹੈ। ਤੈਨੂੰ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਤੇਰਾ ਸਾਰਾ ਜੀਵਨ ਸੱਚ ਕੀ ਬੇਲਾ ਹੈ। ਤੂੰ ਸੱਚ ਸੁਣ ਲੈ, ਸੱਚ ਅਵੇਲੇਬਲ ਹੈ, ਗੁਰਪ੍ਰਸਾਦ ਅਵੇਲੇਬਲ ਹੈ, ਇਹਨੂੰ ਸੁਣ ਲੈ ਤੇ ਕੂੜ ਦੂਰ ਹੋ ਜਾਂਦੀ ਹੈ।